ਸਤਿਨਾਮ ਸ਼੍ਰੀ ਵਾਹਿਗੁਰੂ ਜੀ ਚਉਪਈ ਚਿਤ ਮੈਂ ਚਿੰਤਾ ਬਧੇ ਬਿਸਾਲਾ ਯੋ ਵਿਚਾਰ ਕੀਨੋ ਤਿਹ ਕਾਲਾ ਇਸ ਕੋ ਮਾਰਨ ਹੈ ਸ਼ੁਭ ਕਾਜਾ ਸਭ ਜਗ ਮਹਿ ਰਹਿ ਆਵਤ ਲਾਜਾ ਚਿਤ ਮੈਂ ਚਿੰਤਾ ਬਧੇ ਬਿਸਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਰੂਪ, ਗੁਰੂ ਸਵਾਰੇ, ਗੁਰੂ ਪਿਆਰੇ, ਸਤਿਗੁਰਾਂ ਦੇ ਸਾਜੇ ਨਵਾਜੇ, ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਜੀ, ਧੰਨ ਹਨ ਬਾਜਾਂ ਵਾਲੇ ਸੱਚੇ ਪਾਤਸ਼ਾਹ, ਦੀਨ ਦੁਨੀਆਂ ਦੇ ਮਾਲਕ ਕਲਗੀਧਰ ਪਿਤਾ ਜੀ। ਲੋਕ ਅਤੇ ਪਰਲੋਕ ਦੇ ਵਿੱਚ ਸਾਡੇ ਪਰਦੇ ਢੱਕਣ ਵਾਲੇ, ਕਲਯੁਗ ਦਾ ਇਹੋ ਜਿਹਾ ਭਿਆਨਕ ਸਮਾਂ ਜਿਹਦੇ ਵਿੱਚ ਹਰ ਕੋਈ ਇੱਕ ਦੂਸਰੇ ਦੀ ਪੱਤ ਲਾਉਣ ਵਾਸਤੇ ਕਮਰ ਕੱਸਾ ਕਰਕੇ ਰੱਖਦਾ ਹੈ। ਮਨਮੁਖ ਲੋਕ ਐਸੇ ਭਿਆਨਕ ਸਮੇਂ ਵਿੱਚ ਕਲਗੀਧਰ ਪਾਤਸ਼ਾਹ ਆਪਣੇ ਪਿਆਰਿਆਂ ਦੀ ਪੱਤ ਬਚਾਉਣ ਵਾਲੇ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਲੋਕ ਅਤੇ ਪਰਲੋਕ ਵਿੱਚ ਸਾਡੀ ਦਸਤਗੀਰੀ ਕਰਨ ਵਾਲੇ, ਸਾਡੀ ਬਾਂਹ ਫੜਨ ਵਾਲੇ, ਐਸੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਕਿੰਨੇ ਹੀ ਪਰਉਪਕਾਰ ਕੀਤੇ ਤੇ ਕਰ ਰਹੇ ਹੈ, ਉਹਨਾਂ ਦਾ ਅੰਤ ਹੀ ਨਹੀਂ ਪਾਇਆ ਜਾਂਦਾ। ਬੇਅੰਤ ਤੋਂ ਬੇਅੰਤ ਸਾਡੇ ਸਵਾਸ ਜਿਹੜੇ ਹਨ ਉਹ ਘੱਟ ਹੈ ਤੇ ਗੁਰਾਂ ਦੇ ਪਰਉਪਕਾਰ ਜ਼ਿਆਦਾ ਹਨ। ਐਸੇ ਇਸ ਦੀਨ ਦਿਆਲ ਸਤਿਗੁਰਾਂ ਦਾ ਇਹ ਬਹੁਤ ਵੱਡਾ ਸਾਡੇ ਉੱਪਰ ਪਰਉਪਕਾਰ ਹੈ, ਜਿਸ ਦਾ ਸਦਕਾ ਸਤਿਗੁਰਾਂ ਦੇ ਚਰਨ ਪਰਸਣ ਦਾ, ਹਜ਼ੂਰ ਦੇ ਸੋਹਣੇ ਸੁੰਦਰ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਗੁਰਾਂ ਦੀ ਰਹਿਮਤ ਦੀ ਨਿਸ਼ਾਨੀ ਹੈ, ਬਖਸ਼ਿਸ਼ ਦੀ ਨਿਸ਼ਾਨੀ ਹੈ, ਜਿਸ ਦਾ ਸਦਕਾ ਸੰਗਤ ਜੀ ਆਪ ਸਾਰੇ ਮਾਈ ਭਾਈ ਵਡਭਾਗੇ ਹੋ ਰਹੇ ਹੋ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਦਰ ਘਰ ਦੇ ਸਾਜੇ ਨਵਾਜੇ ਸਿੰਘ ਸਾਹਿਬ ਜੀ ਨੇ ਨਿਤਨੇਮ ਦੀ ਮਰਜ਼ਾਦਾ ਅਨੁਸਾਰ ਸਤਿਗੁਰਾਂ ਨੂੰ ਦੇਗਾਂ ਦੇ ਭੋਗ ਲਵਾਏ ਹੈ। ਉਪਰੰਤ ਹਜ਼ੂਰ ਦੇ ਪਾਵਨ ਪਵਿੱਤਰ ਤਖ਼ਤ ਸਾਹਿਬ ਜੀ ਤੇ ਜੋ ਪਿਛਲੇ ਪਹਿਰ ਦੇ ਸਮੇਂ ਵਿੱਚ ਗੁਰ ਇਤਿਹਾਸ ਦੀ ਕਥਾ ਸਾਧ ਸੰਗਤ ਜੀ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਉਸ ਦੀ ਆਰੰਭਤਾ ਹੋ ਰਹੀ ਹੈ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੁਨੀਆ ਨੂੰ ਤਾਰਨਹਾਰੇ, ਸਾਰੀ ਸ੍ਰਿਸ਼ਟੀ ਦੇ ਰਚੇਤਾ, ਤਿੰਨਾਂ ਲੋਕਾਂ ਦੇ ਮਾਲਕ, ਆਪ ਨਰੈਣ ਨਰ ਦੇ ਚੋਲੇ ਨੂੰ ਧਾਰਨ ਕਰਕੇ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਪ੍ਰਗਟ ਹੋਏ ਹੈ। ਐਸੇ ਸਤਿਗੁਰੂ ਗਰੀਬ ਨਵਾਜ਼ ਦੀਨ ਦਿਆਲ ਸੱਚੇ ਪਾਤਸ਼ਾਹ ਮਹਾਰਾਜ ਦੀ ਕਥਾ ਵਿਚਾਰ ਸੰਗਤ ਜੀ ਚੱਲ ਰਹੀ ਹੈ। ਕੱਲ ਆਪ ਸੰਗਤਾਂ ਨੇ ਸਰਵਣ ਕੀਤਾ ਸੀਗਾ, ਗਰੀਬ ਨਵਾਜ਼ ਮੁਲਤਾਨ ਗਏ ਹਨ ਔਰ ਉੱਥੇ ਜਾ ਕੇ ਮੁਲਤਾਨ ਦੇ ਪੀਰਾਂ ਨਾਲ ਸੱਚੇ ਪਾਤਸ਼ਾਹ ਦੇ ਵਿਚਾਰ ਹੋਏ ਹੈ। ਜਦ ਗੁਰਾਂ ਦਾ ਆਉਣਾ ਸੁਣਿਆ ਸੀ, ਸਾਰੇ ਪੀਰ ਦੇ ਮੁਲਤਾਨ ਇੱਕ ਜਗ੍ਹਾ ਇਕੱਠੇ ਹੋਏ, ਆਪਸੀ ਰਾਏ ਕੀਤੀ। ਬਾਬਾ ਨਾਨਕ ਜੀ ਤਿੰਨਾਂ ਲੋਕਾਂ ਦੇ ਵਿਜੇਤਾ ਹਨ, ਇਹਨਾਂ ਦੇ ਨਾਲ ਆਪਾਂ ਦੁਨਿਆਵੀ ਬਹਿਸ ਨਹੀਂ ਕਰ ਸਕਦੇ। ਹੱਥ ਜੋੜ ਕੇ ਇਹਨਾਂ ਤੋਂ ਖਿਮਾ ਮੰਗ ਲਈਏ, ਕਿਸੇ ਬਹਾਨੇ ਨਾਲ ਆਪਣੇ ਸ਼ਹਿਰ ਵਿੱਚੋਂ ਇਹਨਾਂ ਨੂੰ ਵਿਦਾ ਕਰ ਦਈਏ। ਦੁੱਧ ਦਾ ਕਟੋਰਾ ਭਰ ਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਲੈ ਗਏ ਸੀ। ਉਹਨਾਂ ਦਾ ਭਾਵ ਇਹ ਸੀ, ਮਹਾਰਾਜ ਸਾਡੀ ਨਗਰੀ ਮੁਲਤਾਨ ਸਾਰਾ ਪੀਰਾਂ ਦੇ ਨਾਲ ਪੁਰ ਹੈ, ਭਰਿਆ ਹੋਇਆ ਹੈ, ਜਿਵੇਂ ਇਹ ਦੁੱਧ ਕਟੋਰਾ ਭਰਿਆ ਹੋਇਆ, ਹੋਰ ਇਹਦੇ ਵਿੱਚ ਪੈ ਨਹੀਂ ਸਕਦਾ। ਇਸ ਤਰ੍ਹਾਂ ਇੱਥੇ ਹੋਰ ਕੋਈ ਸਾਧੂ ਫਕੀਰ ਪੀਰ ਆਣ ਕੇ ਰਹਿ ਨਹੀਂ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਨੇ ਉਸੇ ਵੇਲੇ ਬਗਲ ਵਿੱਚੋਂ ਕੱਢ ਕੇ ਚੰਬੇਲੀ ਦਾ ਫੁੱਲ ਜਿਹੜਾ ਸੀਗਾ ਉਹ ਦੁੱਧ ਦੇ ਉੱਤੇ ਰੱਖ ਦਿੱਤਾ ਅਤੇ ਉਹਨਾਂ ਪੀਰਾਂ ਨੂੰ ਸਮੱਤ ਦਿੱਤੀ ਸੀ ਕਿ ਜਿਸ ਤਰ੍ਹਾਂ ਇਹ ਫੁੱਲ ਦੁੱਧ ਦੇ ਉੱਤੇ ਤੈਰਦਾ ਹੈ,
ਇਸੇ ਤਰ੍ਹਾਂ ਅਸੀਂ ਤੁਹਾਡੇ ਵਿੱਚ ਰਹਿ ਸਕਦੇ ਹਾਂ, ਰਹਾਂਗੇ। ਸੋ ਪੀਰਾਂ ਨੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ। ਕਿਸੇ ਨੇ ਕੋਈ ਆਪਣਾ ਸੈਂਕਾ, ਕਿਸੇ ਨੇ ਕੋਈ ਆਪਣਾ ਸਹਿੰਸਾ, ਕਿਸੇ ਨੇ ਕੋਈ ਵਿਚਾਰ ਸਤਿਗੁਰਾਂ ਦੇ ਅੱਗੇ ਪ੍ਰਗਟ ਕੀਤੇ। ਜਿਵੇਂ ਜਿਵੇਂ ਬੇਨਤੀਆਂ ਕੀਤੀਆਂ ਤਿਵੇਂ ਤਿਵੇਂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਉਹਨਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਇਸ ਤੋਂ ਅੱਗੇ ਸਤਿਗੁਰੂ ਜੀ ਚੱਲੇ ਹੈ। ਰਸਤੇ ਦੇ ਵਿੱਚ ਬਾਬਾ ਬਾਲਾ ਜੀ ਨੇ ਪੁੱਛਿਆ ਸੀ, ਮਹਾਰਾਜਾ ਜਿੰਨੇ ਵੀ ਪੀਰ ਹਨ ਇਹਨਾਂ ਵਿੱਚੋਂ ਸ਼੍ਰੋਮਣੀ ਪੀਰ ਕਿਹੜਾ ਹੈ? ਤਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਤਬਰੇਜ਼ ਦੀ ਕਥਾ ਸਾਧ ਸੰਗਤ ਜੀ ਸੁਣਾਈ ਸੀਗੀ। ਕਹਿਣ ਲੱਗੇ ਸ਼ਮਸ਼ ਜਿਹੜਾ ਹੈ ਉਹ ਵੱਡਾ ਪੀਰ ਹੈ ਇਹਨਾਂ ਵਿੱਚੋਂ। ਉਹਨੇ ਐਨਲ ਹੱਕ ਦਾ ਨਾਅਰਾ ਮਾਰਿਆ ਸੀ ਤਬਰੇਜ਼ ਨੇ, ਅਤੇ ਉਸ ਵੇਲੇ ਉੱਥੋਂ ਦਾ ਜਿਹੜਾ ਮੌਲਵੀ ਸੀਗਾ ਉਹ ਕਹਿਣ ਲੱਗਾ ਇਹ ਆਪਣੇ ਆਪ ਨੂੰ ਰੱਬ ਕਹਾਉਂਦਾ ਹੈਗਾ ਅਤੇ ਇਹਦਾ ਕਤਲ ਕਰ ਦਿੱਤਾ ਜਾਵੇ, ਫਤਵਾ ਲਾ ਤਾ। ਅਤੇ ਉਸ ਵੇਲੇ ਉਹਨੂੰ ਫਕੀਰ ਨੂੰ ਸੂਲੀ 'ਤੇ ਚੜ੍ਹਾ ਦਿੱਤਾ ਗਿਆ ਅਤੇ ਉਹਦਾ ਜਿਹੜਾ ਸਰੀਰ ਵਿੱਚੋਂ ਲਹੂ ਡੁੱਲਿਆ ਸੂਲੀ 'ਤੇ ਚੜ੍ਹਨ ਕਰਕੇ। ਜਦ ਉਹ ਧਰਤੀ 'ਤੇ ਵਿਹਾ ਅਤੇ ਉਹ ਲਹੂ ਦੇ ਨਾਲ ਜਗ੍ਹਾ ਜਗ੍ਹਾ ਐਨਲ ਹੱਕ ਲਿਖਿਆ ਗਿਆ। ਇਸੇ ਤਰ੍ਹਾਂ ਫਿਰ ਉਸ ਫਕੀਰ ਨੂੰ ਸਾੜ ਦਿੱਤਾ ਗਿਆ ਅਤੇ ਉਹਦੀ ਜਿਹੜੀ ਰਾਖ ਸੀ ਉਹ ਧਰਤੀ 'ਤੇ ਪਈ, ਉਹਦੇ ਨਾਲ ਵੀ ਐਨਲ ਹੱਕ ਲਿਖਿਆ ਗਿਆ। ਰਾਖ ਦੇ ਵਿੱਚੋਂ ਵੀ ਆਵਾਜ਼ਾਂ ਐਨਲ ਹੱਕ ਦੀਆਂ ਆਉਣ ਲੱਗੀਆਂ, ਭਾਵ ਕਿ ਮੈਂ ਰੱਬ ਹਾਂ। ਤਾਂ ਇਸੀ ਵਾਸਤੇ ਮੌਲਵੀ ਨੇ ਆਪਣਾ ਪਾਪ ਢੱਕਣ ਵਾਸਤੇ ਉਹ ਫਕੀਰ ਦਾ ਜਿੰਨੀ ਵੀ ਰਾਗ ਸੀਗੀ ਇੱਕ ਮਰਦਬਾਨ ਦੇ ਵਿੱਚ ਪਾ ਕੇ ਉੱਤੇ ਘੁੱਟ ਕੇ ਢੱਕਣ ਲਾ ਕੇ ਘਰ ਦੇ ਵਿੱਚ ਰੱਖ ਦਿੱਤੀ, ਬਾਹਰ ਨਹੀਂ ਕਿੱਥੇ ਡੋਲੀ, ਵੀ ਕੋਈ ਮੇਰੇ ਵਾਸਤੇ ਹੋਰ ਨਵਾਂ ਟੈਂਟਾ ਨਾ ਖੜਾ ਹੋ ਜਾਵੇ। ਉਹਦੀ ਮੌਲਵੀ ਦੀ ਲੜਕੀ ਸੀ, ਨੌਜਵਾਨ ਹੋਈ। ਇੱਕ ਦਿਨ ਸਾਫ਼ ਸਫਾਈ ਕਰਦਿਆਂ ਹੋਇਆਂ ਉਹਨੇ ਉਹ ਮਰਦਬਾਨ ਦੇਖਿਆ। ਪਹਿਲਾਂ ਤਾਂ ਉਸਨੇ ਸੁਗੰਧੀ ਲਈ ਮਰਦਬਾਨ ਦੀ ਵੀ ਇਹ ਚੀਜ਼ ਕੀ ਹੋ ਸਕਦੀ ਹੈ, ਨੱਕ ਤੋਂ ਪਤਾ ਲੱਗ ਜਾਂਦਾ ਹੈ, ਇਹੋ ਜਿਹਾ ਘਰਾਣ ਰੱਬ ਨੇ ਮਨੁੱਖ ਨੂੰ ਦਿੱਤਾ ਹੋਇਆ ਹੈ। ਫਿਰ ਜੀਭਾ ਤੋਂ ਚੱਖਣ ਦੇ ਨਾਲ ਪਤਾ ਲੱਗ ਜਾਂਦਾ ਹੈ। ਸੁਗੰਧੀ ਲੈਣ ਨਾਲ ਪਤਾ ਨਾ ਲੱਗਿਆ, ਆਪਣੀ ਤਲੀ 'ਤੇ ਥੋੜ੍ਹੀ ਜਿਹੀ ਰਾਖ ਲਾ ਕੇ ਜੀਭ ਨੂੰ ਲਾਈ ਤਾਂ ਉਹ ਬੇਸਵਾਦਾ। ਕਹਿਣ ਲੱਗੀ ਇਹ ਪਤਾ ਨਹੀਂ ਪਿਓ ਨੇ ਕੀ ਰੱਖਿਆ ਹੈ। ਤਾਂ ਉਹ ਡੋਲ ਦਿੱਤਾ, ਨਦੀ ਵਿੱਚ ਬਹਾ ਦਿੱਤਾ ਸੁਗੰਧੀ ਲੈਣੇ ਕਰਕੇ। ਅਤੇ ਇਸੇ ਤਰ੍ਹਾਂ ਸੰਗਤ ਜੀ ਜੀਭਾ ਨੂੰ ਲਾਉਣ ਕਰਕੇ ਉਹ ਜਿਹੜਾ ਫਕੀਰ ਸੀਗਾ ਰੱਬ ਦਾ ਪਿਆਰਾ, ਉਹਦੀ ਰੂਹ ਜਿਹੜੀ ਸੀ ਉਹ ਲੜਕੀ ਦੇ ਪੇਟ ਵਿੱਚ ਉਦਰ ਵਿੱਚ ਪ੍ਰਵੇਸ਼ ਕਰ ਗਈ। ਇੱਥੋਂ ਅੱਗੇ ਇਤਿਹਾਸ ਆਰੰਭ ਹੋ ਰਿਹਾ ਹੈ। ਇਹ ਜਿਹੜੀ ਕਹਾਣੀ ਲਿਖੀ ਗਈ ਹੈ ਇਹਦਾ ਮਿਲਾਨ ਸੰਨ ਸੰਮਤ ਦਾ ਬਹੁਤ ਫਰਕ ਪੈਂਦਾ ਹੈ, ਪਰ ਹੁਣ ਇੱਥੇ ਲਿਖੀ ਕਰਕੇ ਇਹ ਸੰਗਤਾਂ ਨੂੰ ਸੁਣਾਉਣੀ ਮੈਂ ਜ਼ਰੂਰੀ ਸਮਝਦਾ ਹਾਂ। ਇਹ ਜੋ ਇਤਿਹਾਸ ਹੋਇਆ ਵਾਪਰਿਆ 250-300 ਸਾਲ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਅਵਤਾਰ ਧਾਰਨ ਤੋਂ ਪਹਿਲਾਂ ਦੀ ਸਾਰੀ ਇਹ ਕਥਾ ਹੈ। ਰਹੋ ਵਿਚਾਰ ਮਿਲਾਪ ਨਹੀਂ ਹੋਇਆ ਸਤਿਗੁਰਾਂ ਦੇ ਨਾਲ ਸ਼ਮਸ਼ ਤਬਰੇਜ਼ ਦਾ, ਪਰ ਕਹਾਣੀ ਹੋ ਸਕਦਾ ਹੈ ਇਹ ਕਥਾ ਪ੍ਰਸੰਗ ਸੱਚੇ ਪਾਤਸ਼ਾਹ ਮਹਾਰਾਜ ਨੇ ਸੁਣਾਈ ਹੋਵੇ। ਇਸ ਵਾਸਤੇ ਜਦ ਬੱਚੀ ਨੂੰ ਹਮਲ ਹੋ ਗਿਆ, ਗਰਭ ਠਹਿਰ ਗਿਆ, ਉਹ ਰਾਖ ਫਕੀਰ ਦੀ ਸੁੰਘਣ ਅਤੇ ਚਖਣ ਦੇ ਨਾਲ ਮਾਪਿਆਂ ਨੂੰ ਬੜੀ ਫਿਕਰ ਹੋਈ, ਮਾਂ ਬਾਪ ਨੂੰ। ਇੱਥੋਂ ਇਤਿਹਾਸ ਦੀ ਅੱਗੇ ਰਮਤਾ ਹੋ ਰਹੀ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਦਾ ਭਾਵਨਾ ਨਾਲ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ ਚਉਪਈ ਚਿਤ ਮੈਂ ਚਿੰਤਾ ਬਧੇ ਬਿਸਾਲਾ। ਮਾਤਾ ਪਿਤਾ ਨੇ ਆਪਣੀ ਲੜਕੀ ਦੇ ਪੇਟ ਨੂੰ ਦੇਖਿਆ ਕਿ ਇਹ ਹਮਲਾ ਹੋ ਗਈ ਹੈ, ਉਧਰ ਤੋਂ ਹੋ ਗਈ ਹੈ। ਬਹੁਤ ਭਾਰੀ ਮਨ ਦੇ ਵਿੱਚ ਚਿੰਤਾ ਹੋਈ। ਇਉਂ ਵਿਚਾਰ ਕੇ ਨੋ ਤੇਹ ਕਾਲਾ। ਤੇ ਉਸ ਵੇਲੇ ਮਾਂ ਬਾਪ ਦੋਵਾਂ ਨੇ ਮਿਲ ਕੇ ਮੌਲਵੀ ਨੇ ਤੇ ਮੌਲਵੀ ਦੇ ਘਰਵਾਲੀ ਨੇ ਵਿਚਾਰ ਕੀਤੇ। ਇਸ ਕੋ ਮਾਰਨ ਹੈ ਸ਼ੁਭ ਕਾਜਾ। ਇਹ ਲੜਕੀ ਨੇ ਸਾਡਾ ਮੂੰਹ ਕਾਲਾ ਕਰਵਾਇਆ ਹੈ। ਕਿਸੇ ਬੱਚੇ ਦੇ ਨਾਲ ਮਰਦ ਨਾਲ ਮਿਲ ਕੇ ਇਹਨੇ ਪਾਪ ਕਰਮ ਕੀਤਾ ਹੈ, ਜਿਹਦੇ ਕਰਕੇ ਇਹ ਸਾਰਾ ਕਾਰਜ ਹੋਇਆ, ਕਰਮ ਹੋਇਆ।
ਇਸ ਵਾਸਤੇ ਲੜਕੀ ਨੂੰ ਮਾਰਨਾ ਹੀ ਭਲਾ ਹੈ। ਸਭ ਜਗ ਮਹਿ ਰਹਿ ਆਵਤ ਲਾਜਾ। ਇਹ ਲੜਕੀ ਨੂੰ ਮਾਰ ਦੇਵਾਂਗੇ ਨਾ ਤੇ ਦੁਨੀਆ ਦੇ ਵਿੱਚ ਸਾਡੀ ਪਤ ਰਹਿ ਜਾਵੇਗੀ। ਸੰਗਤ ਜੀ, ਹਰ ਕੋਈ ਆਪਣੀ ਆਨ ਬਾਨ ਸ਼ਾਨ ਵਾਸਤੇ ਝੂਠੀ, ਜਿਸ ਨੂੰ ਆਪਾਂ ਕਹਿ ਦਿੰਦੇ ਆ, ਉਪਦਰਵ ਕਰਨ ਤੋਂ, ਪਾਪ ਕਰਨ ਤੋਂ ਟਲਦਾ ਨਹੀਂ ਹੈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਇਸ ਪਾਪ ਉਪਦਰਵ ਨੂੰ ਰੋਕਣ ਵਾਸਤੇ ਬਹੁਤ ਕਰੜਾਈ ਦੇ ਨਾਲ ਇਹ ਨਿਯਮ ਗੁਰੂ ਕੇ ਖਾਲਸੇ ਵਿੱਚ ਲਾਗੂ ਕੀਤਾ। ਮਹਾਰਾਜ ਨੇ ਪੰਜਾਂ ਨਾਲ ਕਿਹਾ ਮਿਲਾਪ ਨਹੀਂ ਕਰਨਾ। ਇੱਕ ਜਿਹੜੇ ਨੜੀਆਂ ਮਾਰਦੇ ਆ ਸਿਗਰਟਾਂ ਪੀਂਦੇ ਆ, ਬੀੜੀਆਂ ਪੀਂਦੇ ਆਦਿਕ, ਇਸੇ ਤਰ੍ਹਾਂ ਦੂਏ ਜਿਹੜੇ ਸਿਰ ਗੁੰਮੇ ਹਨ, ਉਹ ਹੁਣ ਤਾਂ ਸਿਰ ਗੁੰਮਾ ਰਹਿ ਹੀ ਨਹੀਂ ਗਿਆ। ਪੁਰਾਣੇ ਹੁੰਦੇ ਸੀਗੇ ਉਹ ਧੌਂਕਲ ਦੇ ਜਾਣਾ ਤੇ ਵਿੱਚੋਂ ਵਾਲ ਮੁੰਨ ਲੈਣੇ, ਪਾਸਿਆਂ ਤੋਂ ਰੱਖਣੇ ਤੇ ਉੱਤੇ ਪੱਗ ਬੰਨ੍ਹ ਲੈਣੀ ਸਿੱਖਾਂ ਵਰਗੀ, ਤੇ ਵਿਖਾਵਾ ਸਿੱਖਾਂ ਦਾ ਕਰਨਾ। ਨਾ ਉਹ ਸਿੱਖ ਤੇ ਨਾ ਧੌਂਕਲੀਏ ਕੁਛ ਵੀ ਨਹੀਂ ਸੀਗੇ। ਮਹਾਰਾਜ ਕਹਿੰਦੇ ਭੇਖੀ ਆ, ਇਹਨਾਂ ਦੇ ਨਾਲ ਵਰਤੋਂ ਨਹੀਂ ਕਰਨੀ। ਤੀਆ ਧੀਰ ਮੱਲੀਆਂ ਦੇ ਨਾਲ ਮੇਲ ਮਿਲਾਪ ਨਹੀਂ ਕਰਨਾ। ਔਰ ਚੌਥਾ ਰਾਮ ਰਾਈਆਂ ਦੇ ਨਾਲ ਨਹੀਂ ਕਰਨਾ। ਪੰਜਵਾਂ ਜਿਹੜੇ ਕੁੜੀਆਂ ਨੂੰ ਮਾਰਦੇ ਆ ਉਹਨਾਂ ਦੇ ਨਾਲ ਮਿਲਾਪ ਨਹੀਂ ਕਰਨਾ। ਸਤਿਗੁਰਾਂ ਨੇ ਬਹੁਤ ਕਰੜਾਈ ਭਈ ਸਿੱਖ ਹੋ ਕੇ ਕੁੜੀ ਮਾਰਨ ਬਾਰੇ ਤੇ ਕੋਈ ਸੋਚ ਵੀ ਨਹੀਂ ਸਕਦਾ। ਜੇ ਕੋਈ ਧੀ ਦਾ ਕਤਲ ਕਰਦਾ ਹੈ ਤੇ ਮੇਰਾ ਸਿੱਖ ਉਹਦੇ ਨਾਲ ਵਰਤੋਂ ਵਿਹਾਰ ਬੰਦ ਕਰ ਦੇਵੇ। ਸਿੱਖ ਵਾਸਤੇ ਤੇ ਸੋਚਣਾ ਵੀ ਪਾਪ ਹੈ ਆਪਣੀ ਧੀ ਦਾ ਕਤਲ ਕਰਨਾ, ਤੇ ਜੇ ਕੋਈ ਕਰਦਾ ਹੈ ਤੇ ਉਹਦੇ ਨਾਲ ਵਰਤੋਂ ਵਿਹਾਰ ਖਾਲਸੇ ਤੇ ਪੱਕੀ ਪਾਬੰਦੀ ਲੱਗੀ ਹੋਈ ਹੈ ਵੀ ਤੂੰ ਉਹਦੇ ਨਾਲ ਵਰਤਣਾ ਨਹੀਂ, ਭਾਵੇਂ ਤੇਰਾ ਕਿੰਨਾ ਵੀ ਨਜ਼ਦੀਕੀ ਕਿਉਂ ਨਾ ਹੋਵੇ। ਇਸ ਵਾਸਤੇ ਸੰਗਤ ਜੀ, ਧੀਆਂ ਨੂੰ ਮਾਰਨ ਵਰਗਾ ਪਾਪ ਹੀ ਦੁਨੀਆ ਤੇ ਕੋਈ ਨਹੀਂ ਹੈ। ਆ ਦੇਖੋ ਤੁਸੀਂ, ਕਬਰਾਂ ਮੜੀਆਂ ਦੇ ਵਿੱਚ ਕੋਈ ਜਾਂਦਾ ਹੈਗਾ? ਦਿਨੇ ਨਹੀਂ ਜਾਂਦਾ, ਡਰ ਲੱਗਦਾ ਵੀ ਕਬਰਾਂ ਦੇ ਵਿੱਚ ਤੇ ਮੜੀਆਂ ਦੇ ਵਿੱਚ ਜਾਣ ਤੋਂ। ਤੇ ਸੰਗਤ ਜੀ, ਜਿਹਦੇ ਘਰ ਵਿੱਚ ਜਿਹਦੀ ਧੀ ਦੀ ਉਧਰ ਨੂੰ ਹੀ ਆਪਾਂ ਮੜੀ ਬਣਾ ਕੇ ਰੱਖ ਦਿੰਦੇ, ਉਹਦੇ ਢਿੱਡ ਵਿੱਚ ਹੀ ਉਹਦੀ ਧੀ ਦਾ ਆਪਾਂ ਕਤਲ ਕਰ ਦਿੰਦੇ, ਮਾਰ ਦਿੰਦੇ ਆ, ਉਹ ਕਿੱਡਾ ਕੁ ਵੱਡਾ ਪੁੰਨ ਵਾਲਾ ਕਾਰਜ ਹੈ। ਚਾਹੇ ਉਹ ਧੀ ਹੈ ਚਾਹੇ ਪੁੱਤ ਹੈ, ਤੇ ਜੇ ਹਿਜੜਾ ਹੀ ਪੈਦਾ ਹੋ ਜਾਵੇ ਫੇਰ ਤੇ ਆਪਣੇ ਆਪਣੇ ਕਰਮ ਸਾਰਿਆਂ ਨੇ ਖਾਵਣੇ ਆ। ਕੋਈ ਕਿਸੇ ਦੇ ਕਰਮ ਨਹੀਂ ਖਾਂਦਾ ਹੈ। ਮਹਾਰਾਜ ਤਾਂ ਕਹਿੰਦੇ ਪਹਿਲਾਂ ਉਪਜੀ ਪਰਾਲਬਧ ਪਾਛੇ ਭਇਓ ਸਰੀਰ। ਸਰੀਰ ਦੀ ਬਣਤਰ ਹੀ ਬਾਅਦ ਵਿੱਚ ਬਣਦੀ ਹੈ। ਪਹਿਲਾਂ ਪਰਾਲਬਧ ਦੇ ਲੇਖ ਲਿਖੇ ਜਾਂਦੇ ਹੈ। ਕਰੀ ਲੋਹ ਕਲਮ ਲਿਖਿਓ ਲੇਖ ਮਾਥੰ ਕਲਗੀਧਰ ਪਿਤਾ ਜੀ ਬੜੇ ਪਿਆਰ ਦੇ ਨਾਲ ਸਾਨੂੰ ਮੂਰਖਾਂ ਨੂੰ ਸਮਝਾਉਂਦੇ। ਜੇ ਫਿਰ ਵੀ ਨਾ ਸਮਝੀਏ ਤੇ ਸਾਡੇ ਵਰਗਾ ਮਹਾਮੂਰਖ ਕੌਣ ਹੈ। ਹਰ ਕੋਈ ਆਪਣੇ ਆਪਣੇ ਭਾਗ ਖਾਂਦਾ ਹੈ। ਰਹੋ ਵਿਚਾਰ। ਗੁਰੂ ਕੇ ਖਾਲਸੇ ਨੇ ਇਹ ਸੋਚ ਵੀ ਨਹੀਂ ਕਦੀ ਸੋਚਣੀ ਵੀ ਧੀ ਦਾ ਕਤਲ ਉਹਦੀ ਮਾਂ ਦੇ ਢਿੱਡ ਵਿੱਚ ਕਰਨਾ ਹੈ ਕਿ ਜਾਂ ਪੈਦਾ ਹੋਈ ਤੇ ਕਰਨਾ ਹੈ ਜਾਂ ਵੱਡੀ ਹੋਈ ਤੇ ਕਰਨਾ। ਇਹ ਸੋਚਣਾ ਵੀ ਨਹੀਂ। ਫੁਰਨਾ ਲਿਆਉਣਾ ਵੀ ਪਾਪ ਹੈ ਹਿਰਦੇ ਦੇ ਵਿੱਚ। ਪਰ ਇਹ ਲੋਕ ਜਿਹੜੇ ਹਨ ਝੂਠੀ ਆਨ ਸ਼ਾਨ ਬਾਨ ਵਾਸਤੇ ਧੀਆਂ ਦਾ ਕਤਲ ਕਰਦੇ। ਇਹ ਵਿਚਾਰ ਕੀਤੀ ਮੌਲਵੀ ਨੇ, ਲੋਕਾਂ ਦੇ ਵਿੱਚ ਸਾਡੀ ਨੱਕ ਰਹਿ ਜਾਊਗੀ, ਸਾਡੀ ਇੱਜ਼ਤ ਬਚ ਜਾਊਗੀ। ਇਹ ਲੜਕੀ ਨੇ ਕੋ ਕਰਮ ਕੀਤਾ, ਇਸ ਦਾ ਕਤਲ ਕਰ ਦਿੱਤਾ ਜਾਵੇ, ਮਾਰ ਦਿੱਤਾ ਜਾਵੇ ਇਸ ਨੂੰ। ਨਿਸਾ ਬਿਖੈ ਜਬ ਪਰ ਕੈ ਸੋਇਓ। ਇਹ ਰਾਤ ਨੂੰ ਸਲਾਹ ਕਰਦੇ ਕਰਦੇ ਮਾਲਕ ਤੀਵੀਂ ਦੋਵੇਂ ਸੌਂ ਗਏ। ਇਸ ਪ੍ਰਕਾਰ ਕੋ ਸੁਪਨ ਹੋਇਓ। ਤਾਂ ਫਿਰ ਜਿਹੜਾ ਕੌਤਕ ਵਰਤਣਾ ਹੁੰਦਾ ਹੈ ਨਾ ਸਤਿਗੁਰੂ ਦਾ, ਨਿਰੰਕਾਰ ਦਾ, ਕਰਤੇ ਦਾ, ਉਹ ਵਰਤ ਕੇ ਹੀ ਰਹਿੰਦਾ ਹੈ। ਰਾਤ ਨੂੰ ਇਹ ਸਲਾਹਾਂ ਕਰਦੇ ਸੌਂਗੇ ਵੀ ਆਪਾਂ ਕੁੜੀ ਆਪਣੀ ਮਾਰ ਦੇਣੀ, ਇਹਨੇ ਸਾਡਾ ਮੂੰਹ ਕਾਲਾ ਕਰਵਾਇਆ ਗਾ ਇਹੋ ਜਿਹਾ ਕਰਮ ਕਰਕੇ। ਇਹ ਵਿਚਾਰਾਂ ਕਰਦੇ ਸੌਂਗੇ ਤੇ ਦੋਹਾਂ ਨੂੰ ਸੁਪਨਾ ਆਇਆ ਰਾਤ ਨੂੰ। ਦੁਖ ਤਰ ਮਾਰਨ ਜੋ ਮਨ ਠਾਨੇ। ਉਹ ਸੁਪਨਾ ਕੀ ਆਇਆ ਵੀ ਜਿਹੜਾ ਤੁਸੀਂ ਆਪਣੀ ਧੀ ਨੂੰ ਮਾਰਨ ਦਾ ਵਿਚਾਰ ਬਣਾ ਰਹੇ ਹੋ, ਇਹ ਬੇਦ ਤੋਹੇ ਹੋਏ ਦੁਖ ਦਾਨੇ। ਤੇ ਇਹ ਜੇ ਤੁਸੀਂ ਕੁੜੀ ਆਪਣੀ ਮਾਰਤੀ ਨਾ, ਤੁਹਾਨੂੰ ਇੰਨੇ ਵੱਡੇ ਭਾਰੀ ਦੁੱਖ ਹੋਣਗੇ ਵੀ ਤੁਹਾਥੋਂ ਚੱਲੇ ਨਹੀਂ ਜਾਣਗੇ। ਨਾਸ ਹੋਏਗੋ ਤੋਰ ਤਦਾਏ। ਤੇ ਤੁਹਾਡਾ ਸਾਰਾ ਪਰਿਵਾਰ ਹੀ ਖਤਮ ਹੋ ਜਾਵੇਗਾ ਜੇ ਤੁਸੀਂ ਇਸ ਕੰਨਿਆ ਨੂੰ ਮਾਰ ਦਿੱਤਾ। ਨਾਹੇ ਤਾਂ ਤਜ ਦੇਹੋ ਇਸ ਮਤ ਤਾਏ। ਜੇ ਬਚਣਾ ਚਾਹੁੰਦੇ ਹੋ ਇਹਨਾਂ ਦੁੱਖਾਂ ਤੋਂ ਤੇ ਫਿਰ ਇਹ ਲੜਕੀ ਨੂੰ ਮਾਰਨ ਦਾ ਵਿਚਾਰ ਆਪਣੇ ਮਨ ਵਿੱਚੋਂ ਕੱਢ ਦੇਵੋ। ਇਹ ਰਾਤ ਨੂੰ ਇਹਨਾਂ ਨੂੰ ਜਾਂ ਆਕਾਸ਼ਬਾਣੀ ਜਾਂ ਸੁਪਨੇ ਰਾਹੀਂ ਇਹਨਾਂ ਨੂੰ ਇਲਹਾਮ ਹੋਇਆ। ਹਿਰਦੇ ਮੁਲਾ ਨੇ ਭੈ ਤਬ ਖਾਏ। ਜਿਸ ਵੇਲੇ ਇਹ ਇਲਹਾਮ ਹੋਇਆ ਸੁਪਨੇ ਰਾਹੀਂ, ਮਲਾਣੇ ਨੂੰ ਬੜਾ ਡਰ ਲੱਗਾ। ਰਾਖੇ ਦੁਖ ਤਰ ਸਦਨ ਦੁਰਾਏ। ਤਾਂ ਫਿਰ ਉਹਨੇ ਲੜਕੀ ਆਪਦੀ ਨੂੰ ਕਿਹਾ
ਵੀ ਪੁੱਤਰ ਜੋ ਵੀ ਇਹ ਕਰਮ ਹੋਇਆ ਹੈਗਾ ਇਹ ਵੱਸੋਂ ਬਾਹਰ ਹੀ ਗੱਲ ਹੈ, ਪਰ ਹੁਣ ਸਮਾਜ ਵਿੱਚ ਸਾਡੀ ਇੱਜ਼ਤ ਬਚੀ ਰਹੇ। ਤੂੰ ਇਸ ਹਾਲ ਦੇ ਵਿੱਚ ਬਾਹਰ ਪਰਜਾ ਵਿੱਚ ਨਹੀਂ ਜਾਣਾ, ਕਿਸੇ ਨੂੰ ਪਤਾ ਨਾ ਲੱਗੇ ਕਿ ਮੌਲਵੀ ਦੀ ਲੜਕੀ ਜਿਹੜੀ ਗਰਭਵਤੀ ਹੈ, ਘਰ ਦੇ ਵਿੱਚ ਉਸ ਨੂੰ ਬੰਦ ਕਰ ਦਿੱਤਾ। ਪਇਓ ਮਾਸ ਨਾਉ ਜਨਮਿਓ ਬਾਲਕ। ਇਸ ਤਰ੍ਹਾਂ ਸਾਧ ਸੰਗਤ ਜੀ 9 ਮਹੀਨੇ ਹੋਏ, ਉਹ ਲੜਕੀ ਦੇ ਪੁੱਤਰ ਪੈਦਾ ਹੋਇਆ। ਲਇਓ ਮੁਲਾਨੇ ਕਰ ਤਤਕਾਲਕ। ਇਹ ਮੁਲਾਣੇ ਨੇ ਕੀ ਕੀਤਾ, ਉਹ ਬੱਚੇ ਨੂੰ ਝੱਟ ਦੇਣੀ ਆਪਣੇ ਹੱਥ ਵਿੱਚ ਲੈ ਲਿਆ। ਇੱਕ ਮਟਕੇ ਕੇ ਭੀਤਰ ਡਾਰਾ। ਤੇ ਇੱਕ ਨਾ ਮਿੱਟੀ ਦੇ ਬਰਤਨ ਦੇ ਵਿੱਚ, ਕੁੱਜੇ ਦੇ ਵਿੱਚ ਜਾਂ ਚਾਟੀ ਤੌੜੇ ਦੇ ਵਿੱਚ ਉਹ ਬੱਚੇ ਨੂੰ ਲਟਾ ਦਿੱਤਾ। ਮੋਂਦ ਬਹਾਇਓ ਨਦੇ ਮਝਾਰਾ। ਅਤੇ ਉਹਦੇ ਮੂੰਹ ਦੇ ਉੱਤੇ ਢੱਕਣ ਲਾ ਕੇ ਲਾਗੇ ਸ਼ਹਿਰ ਦੇ ਨਦੀ ਵਹਿੰਦੀ ਸੀਗੀ। ਇਹ ਮੌਲਵੀ ਨੇ ਜਾ ਕੇ ਆਪਣੀ ਲੜਕੀ ਦੇ ਬੱਚੇ ਜੰਮਦੇ ਨੂੰ ਹੀ ਨਦੀ ਦੇ ਵਿੱਚ ਰੋੜ ਦਿੱਤਾ, ਭਾਂਡੇ ਵਿੱਚ ਪਾ ਕੇ। ਗਾਜ਼ਰ ਹੋ ਤੋ ਤੇਰ ਪਰ ਬਾਰੇ। ਅੱਗੇ ਭਾਣਾ ਹੈ ਸਾਧ ਸੰਗਤ ਜੀ ਜੋ ਕਰਤੇ ਦਾ, ਇਧਰ ਤੇ ਭਾਣਾ ਵਰਤਿਆ। ਮੌਲਵੀ ਨੇ ਅੰਮ੍ਰਿਤ ਵੇਲੇ ਤੜਕੇ ਵੀ ਕੋਈ ਦੇਖੇ ਨਾ, ਉਹ ਮਿੱਟੀ ਦੇ ਬਰਤਨ ਵਿੱਚ ਪਾ ਕੇ ਮੂੰਹ ਢੱਕ ਕੇ ਚੰਗੀ ਤਰ੍ਹਾਂ ਤੇ ਨਦੀ ਵਿੱਚ ਰੋੜਤਾ। ਉਧਰ ਤੜਕਿਓਂ ਹੀ ਆ ਧੋਬੀ ਜਿਹੜਾ ਹੈ ਕੱਪੜੇ ਧੋਣ ਵਾਸਤੇ ਨਦੀ ਦੇ ਉੱਤੇ ਪਹੁੰਚ ਗਿਆ। ਲੈ ਨਿਕਾਸ ਤੇਹ ਖੋਲ ਨਿਹਾਰੇ। ਉਹ ਨਦੀ ਤੇ ਕੱਪੜੇ ਧੋਣ ਵਾਸਤੇ ਬੜਿਆ, ਬਰਤਨ ਤੈਰਦਾ ਜਾਂਦਾ ਹੈ, ਉਹਨੇ ਬਰਤਨ ਫੜ ਕੇ ਬਾਹਰ ਕੱਢ ਲਿਆ। ਜਬ ਹੈ ਬੇਲੋਕਿਓ ਅੰਤਰ ਕੋਦਕ। ਤੇ ਮੂੰਹ ਖੋਲ ਕੇ ਕੀ ਵੇਖਿਆ ਹੈ, ਉਹ ਬਰਤਨ ਦੇ ਵਿੱਚ ਨਿੱਘਾ ਜਿਹਾ ਬੱਚਾ ਪਿਆ ਹੋਇਆ। ਲੈਨ ਉਚਾਏ ਤਾਹੇ ਔਰ ਮੋਦਕ। ਤੇ ਬੜੀ ਖੁਸ਼ੀ ਹੋਈ ਉਸ ਨੂੰ, ਬੜਾ ਚਾਅ ਚੜਿਆ ਵੀ ਇਸ ਔਲਾਦ ਨੂੰ ਲੋਕ ਤਰਸਦੇ ਫਿਰਦੇ, ਮੈਨੂੰ ਰੱਬ ਨੇ ਇਹ ਬੱਚਾ ਦੇ ਦਿੱਤਾ ਤੜਕਿਓਂ ਹੀ। ਉਹ ਬੱਚੇ ਨੂੰ ਪ੍ਰਾਪਤ ਕਰਕੇ ਬੜੀ ਖੁਸ਼ੀ ਹੋਈ ਮਨ ਵਿੱਚ ਉਸ ਧੋਬੀ ਦੇ। ਖਾਨ ਆਨ ਪਾਰ ਨਾ ਕਿਨੋ। ਉਹ ਬੱਚੇ ਨੂੰ ਧੋਬੀ ਆਪਣੇ ਘਰੇ ਲੈ ਆਇਆ ਤੇ ਸ਼ਾਮ ਉਹਦੀ ਪਾਲਣਾ ਕੀਤੀ, ਪਾਲਿਆ ਉਸ ਨੂੰ। ਸ਼ਾਮਸ਼ ਤਬਰੇਜ਼ ਨਾਮ ਧਾਰ ਲੈਨੋ। ਤੇ ਉਹ ਬੱਚੇ ਦਾ ਨਾਮ ਜਿਹੜਾ ਸੀ, ਆਪਣੇ ਸਮਾਜ ਦੇ ਵਿੱਚ ਜੋ ਨਾਮ ਲੋਕਾਂ ਦੇ ਰੱਖੇ ਜਾਂਦੇ ਬੱਚਿਆਂ ਦੇ, ਉਹਦੇ ਮੁਤਾਬਕ ਸ਼ਮਸ਼ ਤਬਰੇਜ ਉਸ ਬੱਚੇ ਦਾ ਨਾਮ ਰੱਖ ਦਿੱਤਾ। ਕਿਤੇ ਬਾਰਖ ਮਹਿ ਪਇਓ ਬਡੇਰੋ। ਕੁਝ ਕੁ ਸਾਲ ਬੀਤੇ ਤੇ ਉਹ ਬੱਚਾ ਵੱਡਾ ਹੋਇਆ। ਜੇਹ ਮਸਤਾਨੋ ਤੌਰ ਕਨੇਰੋ। ਉਹ ਬੱਚਾ ਜਿਹੜਾ ਸੀ ਨਾ, ਉਹਦਾ ਸੁਭਾਅ ਮਸਤਾਨਾ। ਮਸਤਾਨਾ ਕਮਲੇ ਨੂੰ ਵੀ ਕਹਿ ਦਿੰਦੇ ਤੇ ਮਸਤਾਨਾ ਰੱਬ ਦੇ ਪਿਆਰ ਵਿੱਚ ਰੰਗੇ ਹੋਏ ਨੂੰ ਵੀ ਕਹਿ ਦਿੰਦੇ ਆ। ਇਹ ਰੱਬ ਦਾ ਕਮਲਾ ਹੈ, ਦੁਨੀਆ ਵੱਲੋਂ ਨਹੀਂ ਕਮਲਾ। ਪਰਮੇਸ਼ਵਰ ਦੇ ਪਿਆਰ ਦੇ ਵਿੱਚ ਮਸਤਾਨਾ ਹੋਇਆ ਸ਼ਮਸ਼ ਤਬਰੇਜ। ਤੇਹ ਮੁੱਲਾਂ ਕੇ ਮਕਤਾਬ ਜੋਏ। ਇੱਕ ਦਿਨ ਦਾ ਪ੍ਰਸੰਗ ਹੈ, ਕਥਾ ਹੈ। ਇਹ ਮੌਲਵੀ ਨਾ ਬੱਚਿਆਂ ਨੂੰ ਪੜ੍ਹਾਇਆ ਕਰਦਾ ਸੀਗਾ। ਜਿੱਥੇ ਇਸ ਮੌਲਵੀ ਦਾ ਮਦਰਸਾ ਸੀ, ਜਿੱਥੇ ਬੱਚੇ ਦੇ ਪਾਸ ਧਰਮ ਦੀ ਵਿਦਿਆ ਪੜ੍ਹਿਆ ਕਰਦੇ ਸਨ। ਇੱਕ ਦਿਨ ਮੈਂ ਪਹੁੰਚਿਓ ਚਾਲ ਸੋਏ। ਇਹ ਸ਼ਮਸ਼ ਤਬਰੇਜ ਜਦੋਂ ਥੋੜਾ ਜਿਹਾ ਤਕੜਾ ਹੋਇਆ ਨਾ, ਮੁੱਛ ਫੋਟ, ਤੇ ਇਹ ਮੌਲਵੀ ਉਸ ਦੇ ਮਦਰਸੇ ਦੇ ਵਿੱਚ ਪਹੁੰਚ ਗਿਆ। ਬਾਲਕ ਮਿਲੇ ਬਿਰੰਦ ਤੇ ਥਾਨਾ। ਬਹੁਤ ਬੱਚੇ ਇਕੱਠੇ ਹੋਏ ਪੜ੍ਹ ਰਹੇ ਸਨ। ਪੜ੍ਹ ਸਬਕ ਕਿਤਾਬ ਕੁਰਾਨਾ। ਉਹ ਕੁਰਾਨ ਸ਼ਰੀਫ ਅੱਗੇ ਰੱਖੇ ਹੋਏ ਹੈ। ਸਾਰੇ ਬੱਚਿਆਂ ਨੇ ਰੀਲ ਤੇ ਬੜੇ ਚਾਅ ਦੇ ਨਾਲ ਉਹ ਕੁਰਾਨ ਸ਼ਰੀਫ ਨੂੰ ਪੜ੍ਹ ਰਹੇ, ਜਿਹੜਾ ਸਬਕ ਮੌਲਵੀ ਨੇ ਦਿੱਤਾ ਹੋਇਆ ਸੀ ਕੁਰਾਨ ਦਾ ਪੜ੍ਹਨ ਵਾਸਤੇ। ਤੇ ਛੇਨ ਤਾਹਾਂ ਮੁਲਾਨਾ ਨਾਹੇ। ਇਹ ਮਲਾਣਾ ਉਸ ਵੇਲੇ ਮਦਰਸੇ ਦੇ ਵਿੱਚ, ਸਕੂਲ ਦੇ ਵਿੱਚ ਨਹੀਂ ਸੀਗਾ। ਗਇਓ ਹੋ ਤੋ ਆਪਣੇ ਘਰ ਮਾਹੇ। ਉਸ ਵੇਲੇ ਆਪਣੇ ਘਰੇ ਗਿਆ ਹੋਇਆ ਸੀ ਮੌਲਵੀ। ਲੈ ਕਿਤਾਬ ਸਭ ਕੇ ਬਰ ਆਏ। ਇਹਨੇ ਸ਼ਮਸ਼ ਤਬਰੇਜ ਨੇ ਕੀ ਕੀਤਾ, ਉਹ ਜਿੰਨੇ ਬੱਚੇ ਕੁਰਾਨ ਪੜ੍ਹਦੇ ਸੀ, ਸਾਰਿਆਂ ਦੀਆਂ ਕੁਰਾਨ ਦੀਆਂ ਪੋਥੀਆਂ ਜ਼ਬਰਦਸਤੀ ਧੱਕੇ ਦੇ ਨਾਲ ਖੋਹ ਲਈਆਂ। ਹਾਏ ਹੌਜ ਮਹਿ ਦੇਨ ਬਗਾਏ। ਅਤੇ ਜਿੱਥੇ ਬੱਚੇ ਜਾ ਕੇ ਨਹਾਉਂਦੇ, ਮੂੰਹ ਹੱਥ ਧੋਂਦੇ, ਉਹਦਾ ਹੌਜ ਬਣਿਆ ਹੋਇਆ ਸੀ ਚਬੱਚਾ ਪਾਣੀ ਦਾ ਵੱਡਾ, ਸਾਰੇ ਕੁਰਾਨ ਸ਼ਰੀਫ ਚੱਕ ਕੇ ਉਹਦੇ ਵਿੱਚ ਸਿੱਟ ਦਿੱਤੇ। ਤਬ ਹੀ ਪਇਓ ਸ਼ਿਸ਼ਨ ਮਹਿ ਰੌਰਾ। ਉਹ ਬੱਚਿਆਂ ਨੇ ਦੁਹਾਈਆਂ ਪਾ ਦਿੱਤੀਆਂ, ਸਾਡੇ ਕੁਰਾਨ ਪਾਣੀ ਵਿੱਚ ਸਿੱਟ ਦਿੱਤੇ, ਇਹਨੇ ਬੜਾ ਗੁਨਾਹ ਕੀਤਾ ਹੈ। ਹਾਹਾਕਾਰ ਮਚ ਗਈ ਮਦਰਸੇ ਦੇ ਵਿੱਚ। ਆਇਓ ਮੁਲਾਨਾ ਘਰ ਤੇ ਦੌਰਾ। ਉਹ ਰੌਲਾ ਸੁਣਿਆ ਮਦਰਸੇ ਵਿੱਚ ਬੱਚਿਆਂ ਦਾ। ਮੌਲਵੀ ਜਿਹੜਾ ਘਰੇ ਗਿਆ ਹੋਇਆ ਸੀਗਾ, ਰੌਲਾ ਸੁਣ ਕੇ ਭੱਜਾ ਆਇਆ।
ਗਹਨ ਹੇਤ ਪਾਛੇ ਤੇ ਹਤਾਈ। ਤੇ ਇਹ ਸ਼ਮਸ਼ ਤਬਰੇਜ਼ ਨੂੰ ਪਕੜਨ ਵਾਸਤੇ ਬੱਚੇ ਵੀ ਇਹਦੇ ਪਿੱਛੇ ਨੱਠੇ, ਮੌਲਵੀ ਵੀ ਪਿੱਛੇ ਲੱਗਾ ਵੀ ਇਹਨੂੰ ਫੜਦੇ ਆ। ਗਹੋ ਨ ਜਾਤ ਰਹਿ ਪਛਤਾਏ। ਤੇ ਉਹ ਪਕੜਿਆ ਨਹੀਂ ਜਾਂਦਾ ਕਿਉਂਕਿ ਰੱਬੀ ਰੂਹਾਂ ਆਪਣੀ ਮੌਜ ਵਿੱਚ ਵਿਚਰਦੀਆਂ ਹਨ। ਇਸ ਵਾਸਤੇ ਉਹ ਬੱਚਿਆਂ ਦੇ ਨਾ ਮੌਲਵੀ ਦੇ ਹੱਥ ਨਹੀਂ ਆਇਆ ਸ਼ਮਸ਼ ਤਬਰੇਜ਼। ਹਾਉ ਜ ਸਮੀਪ ਗਇਓ ਚੱਲ ਤਬ ਹੈ। ਜਦ ਹੁੱਸ ਕੇ ਬੈਠ ਗਏ ਆਪਣੀ ਮੌਜ ਦੇ ਨਾਲ, ਸ਼ਮਸ਼ ਤਬਰੇਜ਼ ਜਿਹੜਾ ਹੈ ਜਿੱਥੇ ਕੁਰਾਨ ਦੀਆਂ ਪੁਸਤਕਾਂ ਕਿਤਾਬਾਂ ਪਾਣੀ ਦੇ ਚਬੱਚੇ ਵਿੱਚ ਸੁੱਟੀਆਂ ਹੋਈਆਂ ਸੀ, ਇਹ ਸ਼ਮਸ਼ ਤਬਰੇਜ਼ ਉੱਥੇ ਪਹੁੰਚ ਗਿਆ। ਲੈ ਨਿਕਾਸ ਕਿਤਾਬਾਂ ਸਭ ਹੈ। ਤਾਂ ਉਹਨੇ ਜਾ ਕੇ ਪਾਣੀ ਵਿੱਚੋਂ ਸਾਰੇ ਕੁਰਾਨ ਸ਼ਰੀਫ ਦੀਆਂ ਕਿਤਾਬਾਂ ਪੁਸਤਕਾਂ ਨੂੰ ਕੱਢ ਲਿਆ। ਕਰ ਸੋ ਝਾਰਤ ਗਰਦ ਉਡਾਏ। ਉਹ ਪਾਣੀ ਵਿੱਚ ਡੁੱਬੀਆਂ ਹੋਈਆਂ ਕਿਤਾਬਾਂ ਇੱਕ ਇੱਕ ਕਿਤਾਬ ਨੂੰ ਚੱਕਦਾ ਹੈਗਾ ਤੇ ਉਹਨੂੰ ਝਾੜਦਾ, ਝਟਕਦਾ ਹੈ। ਉਹਨਾਂ ਵਿੱਚੋਂ ਪਾਣੀ ਨਹੀਂ ਨਿਕਲਦਾ, ਉਹਨਾਂ ਵਿੱਚੋਂ ਸੁੱਕੀ ਸਵਾਹ ਨਿਕਲਦੀ ਹੈ। ਇਹ ਅਜ਼ਮਤ ਤੇਹ ਦੇਨ ਦਿਖਾਏ। ਇਹ ਕਰਾਮਾਤ ਸ਼ਮਸ਼ ਤਬਰੇਜ਼ ਨੇ ਆਪਣੇ ਨਾਨੇ ਮੌਲਵੀ ਨੂੰ ਤੇ ਸਕੂਲ ਦੇ ਉਹ ਮਦਰਸੇ ਦੇ ਬੱਚਿਆਂ ਨੂੰ ਦਿਖਾਏ ਵੀ ਪਾਣੀ ਦੀਆਂ ਭਿੱਜੀਆਂ ਕਿਤਾਬਾਂ ਵਿੱਚੋਂ ਪਾਣੀ ਚੋਣਾ ਚਾਹੀਦਾ ਸੀਗਾ। ਹੱਥ ਤੇ ਕਿਤਾਬਾਂ ਮਾਰਦਾ, ਵਿੱਚੋਂ ਮਿੱਟੀ ਝੜਦੀ, ਰਾਖ ਝੜਦੀ, ਸਵਾਹ ਝੜਦੀ ਹੈ। ਇਹ ਕੌਤਕ ਦਿਖਾਇਆ। ਇਉਂ ਬੇਲੋਕ ਮੁੱਲਾ ਬੇਸਮਾਨਾ। ਇਹ ਜਿਸ ਵੇਲੇ ਕੌਤਕ ਵੇਖਿਆ ਮੌਲਵੀ ਨੇ ਬੜਾ ਹੈਰਾਨ ਹੋਇਆ। ਅਜਮਤਵਾਨ ਮਹਾਨ ਪਛਾਨਾ। ਤੇ ਵੱਡਾ ਤਾਕਤ ਵਾਲਾ ਕਰਾਮਾਤੀ ਜਾਣਿਆ ਸ਼ਮਸ਼ ਤਬਰੇਜ਼ ਨੂੰ। ਆਬ ਕਿਤਾਬਾਂ ਪਰਸਿਓ ਨਾਹੇ। ਤੇ ਕਹਿਣ ਲੱਗੇ ਦੇਖੋ ਇਹ ਕਿਤਾਬਾਂ ਨੂੰ ਹੱਥ ਵੀ ਨਹੀਂ ਲਾਇਆ। ਬਹੁਰ ਧੂਰ ਝਾਰਨ ਤਿੰਨ ਮਾਹੇ। ਤੇ ਪਾਣੀ ਪਰਸਿਆ ਹੀ ਨਹੀਂ, ਪਾਣੀ ਲੱਗਾ ਹੀ ਨਹੀਂ। ਉਹ ਪਾਣੀ 'ਚ ਡੁੱਬੀਆਂ ਹੋਈਆਂ ਕਿਤਾਬਾਂ ਨੂੰ ਕੱਢ ਕੇ ਇਹਨੇ ਦੇ ਵਿੱਚੋਂ ਧੂੜ ਝਾੜ ਦਿੱਤੀ ਹੈ। ਚਾਹੀਦਾ ਤਾਂ ਪਾਣੀ ਡਿੱਗਣਾ ਸੀਗਾ, ਵਿੱਚੋਂ ਮਿੱਟੀ ਝੜੀ, ਇਹਦੇ ਰਾਖ ਝੜਦੀ ਹੈ। ਮੁਰਸ਼ਿਦ ਜਾਨ ਪਰਿਓ ਤਬ ਪਾਈ। ਇਸ ਤਰ੍ਹਾਂ ਇਹ ਜਿਹੜਾ ਮੌਲਵੀ ਸੀਗਾ ਸ਼ਮਸ਼ ਤਬਰੇਜ਼ ਦਾ, ਜੋ ਕਿ ਮੌਲਵੀ ਦਾ ਦੋਹਤਾ ਹੈ, ਤੇ ਉਹਦਾ ਇਹ ਚੇਲਾ ਬਣ ਗਿਆ। ਮੌਲਵੀ ਨੂੰ ਨਹੀਂ ਪਤਾ ਵੀ ਉਹੀ ਬੱਚਾ ਜਿਹਨੂੰ ਮੈਂ ਨਦੀ ਵਿੱਚ ਰੋੜ ਕੇ ਆਇਆ ਸੀਗਾ, ਉਹਨੂੰ ਕਰਾਮਾਤੀ ਜਾਣ ਕੇ ਉਹਦਾ ਚੇਲਾ ਬਣ ਗਿਆ ਮੌਲਵੀ। ਕਹੇ ਖੁਦਾਏ ਮਗ ਦੇਹ ਬਤਲਾਈ। ਅਤੇ ਮੌਲਵੀ ਸ਼ਮਸ਼ ਤਬਰੇਜ਼ ਨੂੰ ਕਹਿਣ ਲੱਗਾ, ਕਹਿੰਦਾ ਤੂੰ ਰੱਬੀ ਖੁਦਾਈ ਬੰਦਾਗਾ ਤੇ ਮੈਨੂੰ ਰੱਬ ਦੇ ਨਾਲ ਮਿਲਣ ਦਾ ਰਸਤਾ ਦੱਸ ਦੇ। ਕਹਿਓ ਸ਼ਮਸ ਜੇ ਆਸਮਾਨ ਤੇਰੇ। ਸ਼ਮਸ਼ ਤਬਰੇਜ਼ ਕਹਿਣ ਲੱਗਾ ਮੌਲਵੀ ਜੇ ਤੇਰੇ ਮਨ ਵਿੱਚ ਇਹ ਆਈ ਹੈ ਨਾ ਵੀ ਮੈਨੂੰ ਰੱਬ ਨੂੰ ਮਿਲਣ ਦਾ ਰਸਤਾ ਮਿਲਣਾ ਚਾਹੀਦਾ, ਪ੍ਰਾਪਤ ਹੋ ਜਾਵੇ, ਆਇਸ ਮੋਰ ਮਾਨਹੁ ਬਿਨ ਦੇਰੇ। ਤਾਂ ਫਿਰ ਮੈਂ ਜੋ ਤੈਨੂੰ ਹੁਕਮ ਦਿੰਦਾ ਹੈ ਨਾ ਉਹ ਤੈਨੂੰ ਮੰਨਣਾ ਪਊਗਾ। ਆਨ ਸ਼ਰਾਬ ਪਿਆਓ ਮੁਝ ਤਾਈ। ਉਹ ਇਹ ਹੈ ਵੀ ਇਹ ਕਿਤੇ ਸ਼ਰਾਬ ਲਿਆ ਕੇ ਮੈਨੂੰ ਭਲਾ, ਮੈਂ ਸ਼ਰਾਬ ਪੀਣੀ ਹੈ। ਨਿਜ ਦੁਖ ਤਾਰ ਦੇਵਾਹੋ ਸੰਗ ਪਾਈ। ਅਤੇ ਦੂਈ ਗੱਲ ਇਹ ਹੈ ਸ਼ਰਾਬ ਦੇ ਨਾਲ ਆਪਣੀ ਲੜਕੀ ਵੀ ਲਿਆ ਕੇ ਦੇ, ਮੈਂ ਤੇਰੀ ਲੜਕੀ ਦੇ ਨਾਲ ਰਾਤ ਕੱਟਣੀ ਹੈ। ਸੁਨਤ ਮੁਲਾਨਾ ਡੋਲਿਓ ਨਾਹੇ। ਇਹ ਗੱਲ ਮਲਾਣੇ ਨੇ ਸੁਣੀ, ਕੋਈ ਉੱਤਰ ਨਹੀਂ ਦਿੱਤਾ ਸ਼ਮਸ਼ ਤਬਰੇਜ਼ ਨੂੰ। ਲੈ ਗਮਨਿਓ ਆਪਣੇ ਘਰ ਮਾਹੇ। ਸ਼ਮਸ਼ ਤਬਰੇਜ਼ ਨੂੰ ਆਪਣੇ ਨਾਲ ਲੈ ਗਿਆ ਹੈ ਆਪਣੇ ਘਰੇ ਮੌਲਵੀ। ਮਨ ਚ ਡਸਾਏ ਬਿਠਾਏ ਸਾ ਪ੍ਰੀਤੇ। ਬੜੇ ਪਿਆਰ ਦੇ ਨਾਲ ਪਲੰਘਾ ਵਿਛਾ ਕੇ ਉੱਤੇ ਸ਼ਮਸ਼ ਤਬਰੇਜ਼ ਨੂੰ ਬਿਠਾ ਦਿੱਤਾ ਮਲਾਣੇ ਨੇ। ਆਪੇ ਆਨ ਸੁਰਾ ਤਬ ਦੇਤੇ। ਤੇ ਜੋ ਵਾਅਦਾ ਕੀਤਾ ਸੀ ਕਿ ਹੁਕਮ ਮੰਨੇਗਾ ਤਾਂ ਰਸਤਾ ਮਿਲੂਗਾ, ਉਹਦੇ ਮੁਤਾਬਕ ਸ਼ਰਾਬ ਲਿਆ ਕੇ ਰੱਖ ਦਿੱਤੀ ਸ਼ਮਸ਼ ਤਬਰੇਜ਼ ਦੇ ਪਾਸ। ਨਿਜ ਦੁਖ ਤਾਰ ਤਹਿ ਨਿਗੜ ਪਠਾਏ। ਅਤੇ ਕਮਰੇ ਦੇ ਵਿੱਚ ਆਪਣੀ ਲੜਕੀ ਜੋ ਅਸਲ ਦੇ ਵਿੱਚ ਸ਼ਮਸ਼ ਤਬਰੇਜ਼ ਦੀ ਮਾਂ ਸੀਗੀ ਉਹਨੂੰ ਭੇਜ ਦਿੱਤਾ ਮੌਲਵੀ ਨੇ। ਘਰ ਕਪਾਟ ਦੇ ਕੁਲਫ ਲਗਾਏ। ਅਤੇ ਦਰਵਾਜ਼ਾ ਜਿਹੜਾ ਬਾਹਰ ਤੋਂ ਬੰਦ ਕਰ ਦਿੱਤਾ। ਤਬ ਸ਼ਮਸ ਨਿਜ ਮਾਤ ਸੰਗਾਰੇ। ਤੇ ਉਹ ਜਿਹੜੀ ਸ਼ਮਸ਼ ਤਬਰੇਜ਼ ਸੀਗਾ ਨਾ, ਉਹਨੇ ਆਪਣੀ ਮਾਂ ਨੂੰ ਕਿਹਾ, ਆਪਨ ਸਰਬ ਪ੍ਰਸੰਗ ਉਚਾਰੇ। ਕਿ ਮਾਂ ਤੂੰ ਮੇਰੀ ਮਾਂ ਹੈ, ਮੈਂ ਤੇਰੇ ਨਾਲ ਵਿਭਚਾਰ ਕਰਨ ਵਾਸਤੇ ਜਾਂ ਕੋਈ ਕਰਮ ਕਰਨ ਵਾਸਤੇ ਨਹੀਂ ਕੁਛ ਕੀਤਾ, ਮੈਂ ਤੇ ਤੈਨੂੰ ਮਿਲਣ ਵਾਸਤੇ ਇਹ ਸਾਰਾ ਉਪਾਅ ਕੀਤਾ ਹੈ। ਤੋਰ ਗਰਭ ਤੇ ਜਨਮ ਹਮਾਰਾ। ਕਹਿਣ ਲੱਗਾ ਤੇਰੇ ਉਦਰ ਤੋਂ ਮੈਂ ਪੈਦਾ ਹੋਇਆ ਤੇਰਾ ਬੱਚਾ ਹਾਂ। ਅਸਥਾਨ ਮੈਂ ਨਾ ਪਿਓ ਤਿਸ ਬਾਰਾ। ਪਰ ਮੈਂ
ਜਨਮ ਤੋਂ ਲੈ ਕੇ ਤੇਰਾ ਦੁੱਧ ਨਹੀਂ ਪੀਤਾ ਹੈ। ਅਬ ਮੈਂ ਪੀਵਾਂ ਦੇਹੋ ਹੇ ਮਾਤਾ। ਇਹ ਮੇਰੀ ਮਾਂ, ਮੈਂ ਤਾਂ ਤੇਰਾ ਦੁੱਧ ਪੀਣ ਵਾਸਤੇ ਆਇਆ, ਤੇਰਾ ਦੁੱਧ ਚੁੰਗਣ ਵਾਸਤੇ। ਜਾਨ ਗਏ ਸੋ ਸਗਰੇ ਬਾਤਾਂ। ਉਹ ਜਿਹੜੀ ਸ਼ਮਝ ਤਬਰੇਜ ਦੀ ਮਾਂ ਸੀਗੀ, ਜਦ ਸ਼ਮਝ ਤਬਰੇਜ ਨੇ ਸਾਰੀ ਵਾਰਤਾ ਸੁਣਾਈ ਵੀ ਉਹ ਸਮਝ ਗਈ ਮੇਰਾ ਹੀ ਪੁੱਤ ਹੈ ਇਹ। ਲੈ ਜੋ ਗਇਓ ਬਾਲਕ ਪਿਤ ਮੇਰਾ। ਕਹਿਣ ਲੱਗੀ ਆਪਣੇ ਮਨ ਵਿੱਚ, ਇਹ ਉਹੀ ਬੱਚਾ ਜਿਹੜਾ ਮੇਰਾ ਪਿਓ ਨਦੀ ਵਿੱਚ ਰੋੜਨ ਨੂੰ ਲੈ ਗਿਆ ਸੀਗਾ। ਸਰਤਾ ਬਿਖੈ ਜਾਏ ਤਿਨ ਗੇਰਾ। ਅਤੇ ਨਦੀ ਵਿੱਚ ਲਿਜਾ ਕੇ ਸਿੱਟ ਦਿੱਤਾ ਸੀਗਾ। ਸੋ ਕਿਨ ਪਾਰਿਓ ਕਿਨ ਬਡੇਰਾ। ਕਹਿੰਦੀ ਕਿੰਨੇ ਪਾਲਿਆ ਤੇ ਕਿਵੇਂ ਵੱਡਾ ਹੋਇਆ, ਕਿਉਂਕਿ ਬੱਚੇ ਦਾ ਪਾਲਣਾ ਬਹੁਤ ਔਖਾ ਹੈ, ਛੋਟੇ ਬੱਚੇ ਦਾ। ਆਸ ਕਹੈ ਆਸਥਾਨ ਛੇਰ ਬਧੇਰਾ। ਇਹ ਜਿਸ ਵੇਲੇ ਬਾਚਨ ਕੀਤੇ ਮਾਂ ਨੇ, ਉਸੇ ਵੇਲੇ ਮਾਂ ਦੇ ਦੁੱਧਾਂ ਵਿੱਚ ਦੁੱਧ ਆ ਗਿਆ। ਸ਼ਾਮਸ ਕਹਿਓ ਮੈਂ ਜਾਵਾਂ ਅਬਹੇ। ਤੇ ਸ਼ਮਸ਼ ਤਵਰੇਜ ਕਹਿਣ ਲੱਗਾ, ਮਾਂ ਮੈਂ ਤਾਂ ਹੁਣੇ ਵਾਪਸ ਚਲੇ ਜਾਣਾ ਹੈ। ਤਬ ਪਿਤ ਭੋਜਨ ਲਾਗਹਿ ਜਬਹਿ। ਤੇ ਜਦੋਂ ਤੇਰਾ ਪਿਤਾ ਮਾਂ ਤੈਨੂੰ ਪੁੱਛੇ ਤੇ ਕੋ ਇਸ ਬਿਧ ਦੇਹੋ ਬਤਾਏ। ਤਾਂ ਤੂੰ ਉਹਨੂੰ ਇਹ ਸਾਰੀ ਵਾਰਤਾ ਦੱਸ ਦੇਣੀ ਕਿ ਇਹ ਉਹੀ ਹੈ ਫਕੀਰ ਹੈ ਜਿਹਨੂੰ ਤੂੰ ਜੰਮਦੇ ਨੂੰ ਨਦੀ ਵਿੱਚ ਸੁੱਟ ਆਇਆ ਸੈਂ ਤੇ ਉਹ ਵੱਡਾ ਹੋ ਕੇ ਆਇਆ ਹੈ। ਇਹ ਜੋ ਵੀ ਕਹਾਣੀ ਹੈ ਸਾਰੀ ਆਪਣੇ ਪਿਓ ਨੂੰ ਸਮਝਾ ਦੇਵੀਂ। ਗਇਓ ਅਬੈ ਸੋ ਅਮਕੇ ਥਾਏ। ਤੇ ਕਹਿਣ ਲੱਗਾ, ਕਹਿ ਦੀ ਉਹਨੂੰ ਮਾਂ ਨੂੰ ਵੀ ਜਿੱਥੋਂ ਆਇਆ ਉੱਥੇ ਚਲੇ ਗਿਆ ਹੈ। ਤੂੰ ਬੋਝਿਓ ਕੁਛ ਚਾਹਤ ਜੇ ਤਾਹੂ। ਮਾਂ ਨੂੰ ਪੁੱਛਣ ਲੱਗਾ ਵੀ ਜੇ ਤੈਨੂੰ ਕੋਈ ਇੱਛਾ ਹੋਵੇ ਪੁੱਛਣ ਦੀ, ਮਿਲ ਹੋ ਜਾਏ ਤੇ ਥਲ ਕੇ ਮਾਹੂ। ਤੇ ਮੈਨੂੰ ਮਿਲ ਲੈਣਾ। ਕਦੀ ਮਨ ਵਿੱਚ ਆਵੇ ਨਾ ਮੈਂ ਆਪਣੇ ਪੁੱਤ ਨੂੰ ਮਿਲਾਂ, ਮੈਂ ਫਲਾਣੇ ਉਹ ਧੋਬੀ ਦੇ ਘਰੇ ਰਹਿਣਾ ਹੈ, ਉਹਨੇ ਮੈਨੂੰ ਪਾਲਿਆ ਹੈ, ਕਦੀ ਤੇਰੀ ਮਮਤਾ ਖਿੱਚ ਪਾਵੇ ਤੇ ਮੈਨੂੰ ਉੱਥੇ ਆਣ ਕੇ ਤੂੰ ਮਿਲ ਲੈਣਾ। ਨਿਗਸ ਗਇਓ ਤਬ ਵਹਿਰ ਪਧਾਰਾ। ਇਸ ਤਰ੍ਹਾਂ ਸਾਧ ਸੰਗਤ ਜੀ, ਸ਼ਮਸ਼ ਤਵਰੇਜ ਜਿਹੜਾ ਹੈ ਉਹ ਆਪਣੀ ਮਾਂ ਦੇ ਪਾਸੋਂ ਵਿਦਾ ਹੋ ਗਿਆ। ਕੁਲਫ ਰਹਿਓ ਲਾਗਿਓ ਤਿਸ ਬਾਰਾ। ਔਰ ਹੈਰਾਨਗੀ, ਮੌਲਵੀ ਨੇ ਬਾਹਰ ਤੋਂ ਕੁੰਡਾ ਅੜਾਇਆ ਹੋਇਆ ਸੀ, ਜਿੰਦਾ ਲਾਇਆ ਹੋਇਆ ਸੀਗਾ। ਜਿੰਦਾ ਕੁੰਡਾ ਉਵੇਂ ਹੀ ਅੜਿਆ ਹੋਇਆ ਹੈ। ਪਵਨ ਰੂਪ ਹੋ ਕੇ ਉਹ ਸ਼ਮਸ਼ ਤਬਰੇਜ ਕਮਰੇ ਵਿੱਚੋਂ ਬਾਹਰ ਚਲਾ ਗਿਆ। ਦਿਨ ਚੜ ਆਨ ਮੁਲਾਨੇ ਖੋਲਾ। ਜਿਸ ਵੇਲੇ ਦਿਨ ਚੜਿਆ, ਮੌਲਵੀ ਨੇ ਆਣ ਕੇ ਜਿੰਦਾ ਖੋਲਿਆ, ਕੁੰਡਾ ਖੋਲਿਆ। ਨਿਜ ਦੁਖ ਤਾਰ ਕੋ ਦੇਖਤ ਬੋਲਾ। ਆਪਣੀ ਲੜਕੀ ਨੂੰ ਦੇਖ ਕੇ ਮੌਲਵੀ ਕਹਿਣ ਲੱਗਾ, ਕਹਾਂ ਗਇਓ ਜੋ ਹੋ ਤੋ ਨੈਸ ਮਾਹੇ। ਇਹ ਧੀਏ, ਜਿਹੜਾ ਰਾਤ ਆਦਮੀ ਤੇਰੇ ਪਾਸ ਆਇਆ ਸੀਗਾ ਉਹ ਹੁਣ ਕਿੱਥੇ ਚਲਾ ਗਿਆ ਹੈ? ਫਿਰੇ ਕਪਾਟ ਖੁੱਲ ਇਹੋ ਨਾਹੇ। ਇਹ ਦਰਵਾਜ਼ਾ ਬੰਦ ਹੈ, ਕੁੰਡੇ ਲੱਗੇ ਹੋਏ ਹੈ, ਜਿੰਦਾ ਅੜਿਆ ਹੋਇਆ ਹੈ, ਗਿਆ ਕਿੱਥੇ ਨੂੰ ਉਹ? ਤਿਸ ਨ ਸਰਬ ਬਾਤ ਸਮਝਾਏ। ਉਹ ਲੜਕੀ ਜਿਹੜੀ ਸੀ ਮੌਲਵੀ ਦੀ, ਸ਼ਮਸ਼ ਤਵਰੇਜ ਦੀ ਮਾਂ, ਉਹਨੇ ਸਾਰੀ ਕਹਾਣੀ ਆਪਣੇ ਪਿਓ ਨੂੰ ਕਹਿ ਸੁਣਾਈ। ਜਾਏ ਮਿਲ ਹੋ ਵਹਿ ਤਿਸ ਥਾਈ। ਜੇ ਤੂੰ ਮਿਲਣਾ ਚਾਹੁੰਦਾ ਹੈ ਨਾ ਤੇ ਉਹ ਫਲਾਂ ਜਗ੍ਹਾ ਧੋਬੀ ਦੇ ਘਰੇ ਹੈ, ਤੂੰ ਮਿਲ ਸਕਦਾ ਜਾ ਕੇ ਉਸ ਨੂੰ। ਸੁਨ ਕੈ ਤੁਰਨ ਵਹਿਰ ਪਿਆਨਾ। ਇਹ ਗੱਲ ਸੁਣ ਕੇ ਮੌਲਵੀ ਝਟ ਦੇਣੀ ਚਲਿਆ। ਮਿਲਿਓ ਜਾਏ ਵੈਸੇ ਤੇ ਹਥਾਨਾ। ਤੇ ਜਾ ਕੇ ਮਿਲਿਆ ਸ਼ਮਸ਼ ਤਬਰੇਜ ਨੂੰ, ਆਪਣੇ ਦੋਤੇ ਨੂੰ। ਦੇਨ ਪਇਓ ਪਰਿਓ ਜਬ ਪਾਈ। ਬਹੁਤ ਨਿਮਰਤਾ ਦੇ ਨਾਲ, ਗਰੀਬੀ ਭਾਵ ਦੇ ਵਿੱਚ ਇਹ ਮੌਲਵੀ ਜਦ ਉਸ ਫਕੀਰ ਸ਼ਮਸ਼ ਤਬਰੇਜ ਦੇ ਪੈਰੀਂ ਜਾ ਕੇ ਡਿੱਗਾ ਸ਼ਮਸ਼ ਦੇਨ ਉਪਦੇਸ਼ ਬਤਾਈ। ਤਾਂ ਫਿਰ ਉਸ ਵੇਲੇ ਸ਼ਮਸ਼ ਤਬਰੇਜ ਨੇ ਰੱਬ ਨੂੰ ਮਿਲਣ ਦਾ ਉਪਦੇਸ਼ ਦਿੱਤਾ। ਮਿਲਨ ਖੁਦਾਏ ਭੇਦ ਸਮਝਾਇਓ। ਤੇ ਰੱਬ ਨੂੰ ਮਿਲਣਾ ਕਿਵੇਂ ਚਾਹੀਦਾ, ਕਿਵੇਂ ਮਿਲਦਾ ਹੈ ਪਰਮੇਸ਼ਵਰ। ਆਪਰ ਥਾਨ ਤਬ ਆਪ ਸਿਧਾਇਓ। ਤੇ ਇਸ ਤਰ੍ਹਾਂ ਕਹਿ ਕੇ ਸ਼ਮਸ਼ ਤਬਰੇਜ ਉੱਥੋਂ ਅੱਗੇ ਚਲੇ ਗਿਆ। ਬੇਤਿਓ ਜਬ ਪੁਨ ਕੇਤਕ ਕਾਲਾ। ਜਦੋਂ ਕੁਝ ਕੁ ਸਮਾਂ ਬਤੀਤ ਹੋਇਆ, ਤਹ ਏਕ ਭੂਪਤ ਹੁਤੋ ਬਿਸਾਲਾ। ਉੱਥੇ ਨਾ ਇੱਕ ਰਾਜਾ ਸੀਗਾ, ਬਹੁਤ ਤਕੜਾ ਰਾਜਾ ਸੀਗਾ। ਕਿਸ ਕਾਰਨ ਤੇ ਸੋਤ ਮਰ ਗਇਓ। ਕੀ ਭਾਣਾ ਵਰਤਿਆ ਕੋਈ ਇਹ ਜਿਹਾ?
ਉਹ ਰਾਜੇ ਦੇ ਪੁੱਤਰ ਦੀ ਨੌਜਵਾਨ ਸੀਗਾ, ਮੌਤ ਹੋ ਗਈ। ਬਹੁਤ ਸ਼ੋਕ ਮੈਂ ਬਿਹਬਲ ਪਇਓ। ਬਹੁਤ ਦੁਖੀ ਹੋਇਆ ਰਾਜਾ, ਕੱਲਾ ਕੱਲਾ ਬੱਚਾ ਸੀ, ਮੌਤ ਹੋ ਗਈ ਉਹਦੇ ਮਰਨ ਤੇ। ਹਾਹਾਕਾਰ ਮਚ ਗਈ ਸਾਰੇ ਸ਼ਹਿਰ ਦੇ ਵਿੱਚ, ਸਾਰੇ ਰਾਜੇ ਦਾ ਪਰਿਵਾਰ ਰੋਂਦਾ ਪਿੱਟਦਾ ਸਮੇਤ ਰਾਜੇ ਦੇ। ਤਿਨ ਗਹਿ ਲੇਨ ਫਕੀਰ ਮੁਲਾਨੇ। ਉਹ ਜਿਹੜਾ ਰਾਜਾ ਸੀ ਜਿਹਦਾ ਪੁੱਤਰ ਮਰਿਆ ਸੀ, ਉਹਨੇ ਕੀ ਕੀਤਾ, ਜਿੰਨੇ ਵੀ ਪੀਰ ਫਕੀਰ ਸੀਗੇ, ਮੌਲਵੀ ਮਲਾਣੇ, ਸਾਰੇ ਕੈਦ ਕਰ ਲਏ। ਬਹੁਤ ਆਨ ਕਰ ਕੈਦ ਕਰਾਨੇ। ਅਤੇ ਕੈਦਖਾਨੇ ਵਿੱਚ ਲਿਆ ਕੇ ਬੰਦ ਕਰ ਦਿੱਤੇ। ਸਭ ਸੋ ਇਸ ਬੇਧ ਬਾਕ ਬੁਗੋਵਾ। ਅਤੇ ਜਿੰਨੇ ਵੀ ਸੀ ਨਾ ਪੀਰ ਫਕੀਰ ਮੌਲਵੀ ਮਲਾਣੇ, ਸਾਰਿਆਂ ਨੂੰ ਰਾਜਾ ਕਹਿਣ ਲੱਗਾ, ਪੁਰਾ ਪੈਗੰਬਰ ਈਸਾ ਹੋਆ। ਕਹਿਣ ਲੱਗਾ ਭਈ ਪਹਿਲਾਂ ਈਸਾ ਜੀ ਪੈਗੰਬਰ ਹੋਏ ਐ, ਤਿਨ ਕਿਤਾਬ ਮੈਂ ਲਿਖਿਓ ਬਣਾਈ। ਤੇ ਈਸਾ ਜੀ ਨੇ ਆਪਣੀ ਕਿਤਾਬ ਦੇ ਵਿੱਚ ਇਹ ਲਿਖਿਆ ਹੋਇਆ ਹੈ। ਸੋ ਮੈਂ ਤੁਮ ਸੋ ਦਿਓ ਸੁਨਾਈ। ਉਹ ਜੋ ਲਿਖਿਆ ਹੈ ਨਾ, ਉਹ ਮੈਂ ਤੁਹਾਨੂੰ ਦੱਸਦਾ ਹਾਂ। दोहरा मैं मुर्दा जिंदा करूं हुक्म खुदा के साथ। ਉਹ ਇਹ ਲਿਖਿਆ ਹੈ ਕਿ ਜੇ ਰੱਬ ਦਾ ਮੈਨੂੰ ਹੁਕਮ ਹੋ ਜਾਵੇ ਨਾ, ਤੇ ਰੱਬ ਦੇ ਹੁਕਮ ਦੇ ਨਾਲ ਮੈਂ ਮੁਰਦੇ ਨੂੰ ਵੀ ਜਿਉਂਦਾ ਕਰ ਸਕਦਾ ਹਾਂ। ਹੋਏ ਅਗਾਰੀ ਜਗਤ ਮਹਿ ਐਸੇ ਸੋਨ ਤਿਨ ਗਾਥ। ਤੇ ਇਹ ਜਿਹੜੀ ਹੈ ਗੱਲ ਅੱਗੇ ਸੰਸਾਰ ਦੇ ਵਿੱਚ ਚੱਲਦੀ ਹੈ, ਲਿਖੀ ਹੋਈ ਹੈ, ਪੈਗੰਬਰ ਜੀ ਦੀ ਹੈ। ਚਾਉ ਪਏ ਆਪਣੋ ਜਬ ਹੈ ਹੁਕਮ ਉਚਰਹਿ। ਤੇ ਜਦੋਂ ਇਹ ਹੁਕਮ ਹੋਵੇਗਾ ਮੁਰਦੇ ਕੋ ਜ਼ਿੰਦਾ ਸੋ ਕਰਹਿ। ਤੇ ਉਹ ਨਾ ਆਉਣ ਵਾਲੇ ਸਮੇਂ ਵਿੱਚ ਜਦ ਐਂ ਕਹੂਗਾ ਮੇਰਾ ਹੁਕਮ ਹੈ ਮੁਰਦਿਆ ਜਿੰਦਾ ਹੋ ਜਾ, ਤੇ ਉਹਦੇ ਹੁਕਮ ਦੇ ਨਾਲ ਮੁਰਦਾ ਜਿਉਂਦਾ ਹੋ ਜਾਵੇਗਾ। ਇਉ ਲੇਖ ਗਇਓ ਪੈਗੰਬਰ ਥਾਰੋ। ਇਹ ਤੁਹਾਡੇ ਪੈਗੰਬਰ ਈਸਾ ਜੀ ਜਿਹੜੇ ਹਨ, ਉਹ ਆਪਣੀ ਕਿਤਾਬ ਦੇ ਵਿੱਚ, ਬਾਈਬਲ ਦੇ ਵਿੱਚ ਲਿਖ ਗਏ ਹੈ। ਨੇਕੇ ਹਿਰਦੈ ਬਿਖਾ ਵਿਚਾਰੋ। ਇਹ ਵਿਚਾਰ ਕਰ ਲਓ, ਤੁਸੀਂ ਕਿਤਾਬ ਪੜ੍ਹੀ ਹੋਣੀ, ਤੁਹਾਡੇ ਪੈਗੰਬਰ ਦਾ ਲਿਖਿਆ ਹੋਇਆ, ਤੁਹਾਨੂੰ ਪਤਾ ਹੋਵੇਗਾ। ਮੇਰੋ ਸੁਤ ਮਰ ਗਇਓ ਦੁਖ ਪਾਏ। ਰਾਜਾ ਕਹਿਣ ਲੱਗਾ ਮੇਰਾ ਪੁੱਤ ਮਰ ਗਿਆ, ਜਿਹਦੇ ਮੌਤ ਦੇ ਕਾਰਨ ਕਰਕੇ ਅਸੀਂ ਸਾਰੇ ਬੜੇ ਦੁਖੀ ਹੋ ਰਹੇ ਹਾਂ। ਤਾਂ ਕੋ ਆਬ ਤੁਮ ਦੇਹੋ ਜਿਵਾਏ। ਇਸ ਵਾਸਤੇ ਬਈ ਮੇਰੇ ਪੁੱਤਰ ਨੂੰ ਜਿਉਂਦਾ ਕਰੋ। ਇਹ ਤੁਹਾਡੇ ਪੈਗੰਬਰ ਦਾ ਲਿਖਿਆ ਹੋਇਆ ਇਹ ਜਿਉਂਦਾ ਹੋਵੇਗਾ, ਸੋ ਇਸ ਵਾਸਤੇ ਇਹ ਮੇਰਾ ਹੁਕਮ ਮੰਨੋ, ਜਿਉਂਦਾ ਕਰੋ। ਨਾ ਤੋ ਭਾਖੋ ਮਿਲ ਕਾ ਸਭ ਲੋਗਾ। ਤੇ ਜੇ ਤੁਸੀਂ ਮੇਰਾ ਪੁੱਤਰ ਜਿਉਂਦਾ ਨਹੀਂ ਨਾ ਕਰਨਾ, ਆ ਜਿੰਨੇ ਵੀ ਮੌਲਵੀ ਮਲਾਣੇ ਤੁਸੀਂ ਹੋ, ਸਾਰੇ ਮਿਲ ਕੇ ਮੇਰੇ ਪਿੱਛੇ ਲਾ ਕੇ ਕਹੋ ਲਿਖਿਓ ਪੈਗੰਬਰ ਇਹ ਦਰੋਗਾ। ਕਿ ਇਹ ਜੋ ਸਾਡੇ ਪੈਗੰਬਰ ਨੇ ਲਿਖਿਆ ਹੈ ਨਾ, ਇਹ ਝੂਠ ਲਿਖਿਆ, ਇਹ ਸੱਚ ਨਹੀਂ। ਜਾਂ ਤਾਂ ਇਹ ਕਹੋ ਵੀ ਇਹ ਝੂਠ ਲਿਖਿਆ, ਜੇ ਸੱਚ ਹੈ ਤੇ ਮੇਰੇ ਪੁੱਤ ਨੂੰ ਜਿਉਂਦਾ ਕਰੋ, ਦੋਹਾਂ ਵਿੱਚੋਂ ਇੱਕ ਕੰਮ ਕਰੋ। ਇਸ ਬੇਦ ਭੂਪਦ ਕੇ ਸੁਨ ਬਾਨੇ। ਇਹ ਬਚਨ ਰਾਜੇ ਦੇ ਜਿਸ ਵੇਲੇ ਸੁਣੇ ਸਾਰੇ ਮੌਲਵੀਆਂ ਮਲਾਣਿਆਂ ਨੇ, ਔਰ ਉਥੋਂ ਦੇ ਜਿਹੜੇ ਆਪਣੇ ਆਪ ਨੂੰ ਪੀਰ ਕਹਾਉਂਦੇ ਸੀ, ਚਿੰਤ ਮਾਨ ਪੇ ਕਿਨਹੁ ਨਾ ਮਾਨੇ। ਉਹ ਸਾਰੇ ਫਿਕਰ ਦੇ ਵਿੱਚ ਪੈ ਗਏ। ਕਿਹਦੇ ਵਿੱਚ ਇਹ ਤਾਕਤ ਹੈ ਮੁਰਦੇ ਨੂੰ ਜਿਉਂਦਾ ਕਰਨ ਦੀ? ਬੈਠੇ ਸਭ ਹੀ ਕੈਦ ਮਝਾਰੇ। ਸਾਰੇ ਕੈਦਖਾਨੇ ਵਿੱਚ ਬੈਠੇ ਹੋ। ਰਾਜਾ ਵੀ ਕਹਿੰਦਾ ਵੀ ਠੀਕ ਹੈ, ਨਾ ਕਰੋ ਮੇਰੇ ਪੁੱਤ ਨੂੰ ਜਿਉਂਦਾ, ਮਰੋਗੇ ਤੁਸੀਂ ਵੀ ਇੱਥੇ ਕੈਦਖਾਨੇ ਵਿੱਚ, ਮੈਂ ਤੁਹਾਨੂੰ ਛੱਡਣਾ ਨਹੀਂ ਹੈ। ਛੋਟਾ ਨ ਉਪਾਏ ਨਾ ਪਾਏ ਵਿਚਾਰੇ। ਕੋਈ ਯਤਨ ਨਹੀਂ ਵਰਤਣ ਦਾ, ਸੋਝੀ ਆਉਂਦੀ ਵੀ ਹੁਣ ਕੀ ਕਰੀਏ, ਇੱਥੇ ਹੀ ਮਰਾਂਗੇ ਕੈਦਖਾਨੇ ਵਿੱਚ। ਇਹ ਰਾਜੇ ਦਾ ਬੱਚਾ ਜਿਉਂਦਾ ਹੋਣਾ ਨਹੀਂ ਤੇ ਸਾਨੂੰ ਕਿਸੇ ਨੇ ਛੱਡਣਾ ਨਹੀਂ, ਐ ਸੋਚਾਂ ਵਿੱਚ ਪਏ ਹੋਏ ਨੇ ਸਾਰੇ ਹੀ। ਥੇ ਹਠਾਂ ਆਪ ਸ਼ਾਮਸ਼ ਚੱਲ ਗਇਓ। ਜਿੱਥੇ ਸਾਰੇ ਕੈਦੀ ਇਕੱਠੇ ਹੋਏ ਆ, ਰਾਜੇ ਨੇ ਕੀਤੇ ਐ, ਡਰਾਏ ਹੋਏ ਐ, ਇਹਨਾਂ ਦੇ ਪਾਸ ਸ਼ਮਸ਼ ਤਬਰੇਜ਼ ਚੱਲ ਕੇ ਗਿਆ ਕੈਦੀਆਂ ਦੇ ਕੋਲ। ਕਹਿ ਦੇਨ ਕੋ ਬੂਝਤ ਆਸ ਪਾਇਓ। ਅਤੇ ਜਾ ਕੇ ਉਹਨਾਂ ਮੌਲਵੀ ਮਲਾਣਿਆਂ, ਕਾਜ਼ੀਆਂ ਨੂੰ, ਪੀਰਾਂ ਨੂੰ ਸ਼ਮਸ਼ ਤਬਰੇਜ਼ ਪੁੱਛਣ ਲੱਗਾ, ਬੈਠੇ ਕਿਉਂ ਚਿੰਤਾ ਤੁਰ ਹੋਈ। ਭਾਈ ਤੁਸੀਂ ਕਿਸ ਤਰ੍ਹਾਂ ਫਿਕਰ ਦੇ ਵਿੱਚ ਬੈਠੇ ਹੋਏ, ਕੀ ਕਾਰਨ ਹੈ? ਬਿਗੜਿਓ ਤੁਮਰੋ ਕਾਰਜ ਕੋਏ। ਕੀ ਕੰਮ ਤੁਹਾਡਾ ਵਿਗੜ ਗਿਆ ਜਿਹਦੇ ਕਰਕੇ ਐ ਬੈਠੇ ਹੋਏ ਹੋ, ਨਿਰਾਸ਼ ਹੋਏ? ਸਭ ਨ ਸੁਨ ਅਸ ਗਿਰਾ ਉਚਾਰੇ। ਸਾਰਿਆਂ ਨੇ ਸ਼ਮਸ਼ ਤਬਰੇਜ਼ ਦੀ ਗੱਲ ਨੂੰ ਸੁਣਿਆ ਤੇ ਕਹਿਣ ਲੱਗੇ, ਨਿਰਪ ਕਹੇ ਮੁਰਦਾ ਦੇਹੋ ਜਿਵਾਰੇ। ਮਹਾਰਾਜ ਗੱਲ ਇਹ ਹੈ, ਰਾਜੇ ਦਾ ਮਰ ਗਿਆ ਪੁੱਤ,
ਉਹ ਕਹਿੰਦਾ ਇਹਨੂੰ ਜਿਉਂਦਾ ਕਰੋ, ਇਸ ਵਾਸਤੇ ਸੋਗ ਦੇ ਵਿੱਚ ਮਰੇ ਪਏ ਆ। ਗਹਿ ਕੇ ਰਾਖੇ ਕੈਦ ਮਜਾਰੇ। ਪੁੱਤ ਨੂੰ ਜਿਉਂਦਾ ਕਰਾਉਣ ਵਾਸਤੇ ਸਾਨੂੰ ਰਾਜੇ ਨੇ ਪਕੜ ਕੇ ਕੈਦ ਵਿੱਚ ਪਾਇਆ ਹੋਇਆ ਹੈ। ਐਸੇ ਸ਼ਾਕਤ ਨਾ ਕਿਸ ਮਹਿ ਭਾਰੇ। ਮਹਾਰਾਜ ਸਾਡੇ ਵਿੱਚ ਤਾਕਤ ਨਹੀਂ ਹੈ। ਸ਼ਮਸ਼ ਕਹੈ ਮੈਂ ਦਿਉ ਜਿਵਾਏ। ਸ਼ਮਸ਼ ਤਬਰੇਜ ਕਹਿਣ ਲੱਗਾ ਤੁਸੀਂ ਚਿੰਤਾ ਨਾ ਕਰੋ, ਮੈਂ ਰਾਜੇ ਦੇ ਪੁੱਤ ਨੂੰ ਜਿਉਂਦਾ ਕਰਦਾ ਹਾਂ। ਤੁਮ ਮੁਝ ਕੋ ਹੋ ਵਾਹ ਦੁਖ ਦਾਏ। ਸੋ ਇਹ ਤੁਹਾਡਾ ਦੁੱਖ ਦੂਰ ਕਰਦਾ ਹੈ, ਪਰ ਮੈਨੂੰ ਦੁੱਖ ਨਾ ਤੁਸਾਂ ਨੇ ਦੇਣਾ। ਕਰ ਜੋਰੇ ਸੁਨ ਕੈ ਯਾਉ ਸਭ ਹੈ। ਸਾਰੇ ਕੈਦੀਆਂ ਨੇ ਮਿਲ ਕੇ ਦੋਵੇਂ ਹੱਥ ਜੋੜੇ ਸ਼ਮਸ਼ ਤਬਰੇਜ ਅੱਗੇ। ਤੁਮ ਕੋ ਹਮ ਦੁਖ ਦੇਹ ਨਾ ਕਬਹਿ। ਕਹਿਣ ਲੱਗੇ ਭਈ ਤੇਰਾ ਸਾਡਾ ਵਾਅਦਾ ਰਿਹਾ, ਤੂੰ ਇਹ ਮੁਰਦਾ ਜਿਉਂਦਾ ਕਰ ਦੇ, ਅਸੀਂ ਤੈਨੂੰ ਕਦੀ ਵੀ ਕੋਈ ਦੁੱਖ ਨਹੀਂ ਦੇਵਾਂਗੇ। ਇਸੇ ਜਿਵਾਏ ਛੋਟਾ ਵਾਹ ਸਾਰੇ। ਇਹਨੂੰ ਮੁਰਦੇ ਨੂੰ ਜਿਉਂਦਾ ਕਰ ਤੇ ਸਾਡੀ ਜਾਨ ਛਡਾ ਰਾਜੇ ਦੇ ਪਾਸੋਂ। ਮਿਲ ਕੈ ਬੰਦ ਹੈ ਪਾਏ ਤੁਮਾਰੇ। ਅਸੀਂ ਤੇਰੇ ਨਾਲ ਝਗੜਾ ਕੀ ਕਰਨਾ ਹੈ ਪੀਰ ਜੀ, ਅਸੀਂ ਤਾਂ ਤੁਹਾਡੇ ਚਰਨ ਪੂਜਾਂਗੇ, ਸਾਨੂੰ ਇੱਥੋਂ ਛਡਾ ਦੇਵੋਗੇ ਤਾਂ। ਤਬ ਚਲ ਸ਼ਾਮਸ਼ ਗਇਓ ਤਿਹ ਥਾਈ। ਇਹ ਵਾਅਦਾ ਲੈ ਕੇ ਉਹਨਾਂ ਮੌਲਵੀਆਂ ਕਾਜ਼ੀਆਂ ਦੇ ਪਾਸੋਂ ਤੇ ਸ਼ਮਸ਼ ਚੱਲ ਪਿਆ। ਜਾਏ ਠਾਂਡ ਹੋਏ ਗਿਰਾ ਅਲਾਈ। ਅਤੇ ਰਾਜੇ ਦੇ ਪਾਸ ਜਾ ਕੇ ਕਹਿਣ ਲੱਗਾ ਮੇਰੇ ਹੁਕਮ ਸਾਥ ਉਠ ਜੀਵਾਹੋ। ਕਿ ਉਹ ਮੁਰਦਾ ਜਿੱਥੇ ਪਿਆ ਹੋਇਆ ਸੀ ਨਾ, ਰਾਜਾ ਉੱਥੇ ਬੈਠਾ ਹੈ। ਸ਼ਮਸ਼ ਤਬਰੇਜ ਕਹਿੰਦਾ ਓਏ ਮੁਰਦੇ, ਮੇਰਾ ਹੁਕਮ ਹੈ ਤੈਨੂੰ, ਤੂੰ ਜਿਉਂਦਾ ਹੋ ਜਾ। ਵਿੱਚ ਰਾਹੋ ਪੂਰਬ ਜਿਉ ਅਵਥੀ ਵਾਹੋ। ਜਿਵੇਂ ਪਹਿਲਾਂ ਚੰਗਾ ਭਰਿਆ ਤੁਰਿਆ ਫਿਰਦਾ ਸਾ, ਸਾਰੇ ਕੰਮਕਾਰ ਕਰਦਾ ਸੀ, ਜਿਉਂਦਾ ਹੋ ਕੇ ਉਵੇਂ ਪਹਿਲਾਂ ਦੀ ਤਰ੍ਹਾਂ ਸਾਰੇ ਕੰਮਕਾਰ ਕਰ। ਤੇ ਛੇਨ ਤਾਹਾਂ ਜੋ ਮਿਰਤਕ ਪਰਿਓ। ਐਸਾ ਕੌਤਕ ਵਰਤਿਆ, ਉਹ ਜਿਹੜਾ ਰਾਜੇ ਦਾ ਮੁੰਡਾ ਮਰਿਆ ਪਿਆ ਸੀ। ਉਠ ਬੈਠਿਓ ਨਿਰਭਦੋਖ ਪਰ ਹਰਿਓ। ਉਹ ਸ਼ਮਸ਼ ਤਬਰੇਜ ਦੇ ਇਹ ਬੋਲ ਬੋਲਣ ਦੇ ਵੀ ਮੇਰੇ ਹੁਕਮ ਨਾਲ ਉੱਠ ਕੇ ਬੈਠ ਜਾ, ਉਹ ਜਿਉਂਦਾ ਹੋ ਗਿਆ। ਸਾਰੇ ਖੁਸ਼ੀਆਂ ਹੋ ਗਈਆਂ। ਹਿਰਦੇ ਭਾ ਆਨੰਦ ਸਭ ਤਾਈ। ਸਭ ਰਾਜਾ ਰਾਣੀਆਂ ਮਹਿਲ ਦੇਸ਼ ਸ਼ਹਿਰ ਸਭ ਖੁਸ਼ੀਆਂ ਮਨਾਉਣ ਲੱਗੇ। ਕਰੇ ਕੈਦ ਜੇ ਦਿਨ ਛੁਡਾਏ। ਉਹ ਜਿਹੜੇ ਕੈਦਖਾਨੇ ਵਿੱਚ ਬੰਦ ਕੀਤੇ ਹੋਏ ਸੀਗੇ ਰਾਜੇ ਨੇ, ਮੇਰਾ ਪੁੱਤ ਜਿਉਂਦਾ ਕਰੋ ਨਹੀਂ ਤੇ ਇੱਥੇ ਹੀ ਮਰੋਗੇ, ਸਾਰੇ ਰਿਹਾ ਕਰ ਦਿੱਤੇ, ਛੱਡ ਦਿੱਤੇ। ਪਏ ਮੁਲਾ ਨੇ ਸਭ ਇੱਕ ਥਾਈ। ਉਹ ਜਿੰਨੇ ਵੀ ਮੌਲਵੀ ਸੀ ਨਾ, ਜਦ ਰਾਜੇ ਦਾ ਮੁੰਡਾ ਜਿਉਂਦਾ ਹੋਇਆ ਇੱਕ ਜਗ੍ਹਾ ਇਕੱਠੇ ਹੋਏ। ਕਹਿਣ ਲਗੇ ਇਨ ਕਿਨ ਖੁਟਾਈ। ਤੇ ਸਾਰੇ ਮਿਲ ਕੇ ਜਿਹੜੇ ਮਿੰਨਤਾਂ ਕਰਦੇ ਸੀ, ਸ਼ਮਸ਼ ਤਬਰੇਜ ਦੇ ਅੱਗੇ ਹੱਥ ਜੋੜਦੇ ਸੀ, ਤੂੰ ਇਹਨੂੰ ਜਿਉਂਦਾ ਕਰ, ਸਾਰੀ ਉਮਰ ਤੇਰੇ ਪੈਰ ਪੂਜਾਂਗੇ। ਉਹਨਾਂ ਨੇ ਉੱਠ ਕੇ ਬਿਵਾਲ ਖੜਾ ਕਰ ਦਿੱਤਾ। ਕਹਿਣ ਲੱਗੇ ਨੇ ਸ਼ਮਸ਼ ਤਬਰੇਜ ਨੇ ਬਹੁਤ ਬੁਰਾ ਕੀਤਾ ਹੈ। ਸ਼ਰਾਂ ਬਿਖੈ ਰਖਨਾ ਇਨ ਗੇਰਾ। ਉਹ ਜਿਹੜਾ ਸ਼ਰ੍ਹਾ ਦੇ ਵਿੱਚ ਹੈ ਨਾ ਕਾਨੂੰਨ ਨਿਯਮ, ਉਹ ਨਿਯਮ ਉਸਨੇ ਤੋੜ ਦਿੱਤਾ ਹੈ। ਕਹਿਓ ਜੀਵ ਭਾ ਹੁਕਮ ਜੋ ਮੇਰਾ। ਇਹ ਕੀ ਤੋੜਿਆ ਇਹਨੇ ਹੁਕਮ, ਸ਼ਰ੍ਹਾ ਦੇ ਖਿਲਾਫ ਤੇ ਕੀ ਕੀਤਾ ਹੈ? ਇਹਨੇ ਕਿਹਾ ਮੁਰਦੇ ਨੂੰ ਵੀ ਮੇਰਾ ਹੁਕਮ ਹੈ, ਮੁਰਦਿਆ ਉੱਠ ਕੇ ਖੜਾ ਹੋ ਜਾ। ਨਹੀਂ ਖੁਦਾਏ ਨਾਮ ਕੋ ਲੈਨੋ। ਇਹਨੇ ਰੱਬ ਦਾ ਨਾਮ ਨਹੀਂ ਲਿਆ, ਖੁਦਾ ਦਾ ਨਾਮ ਨਹੀਂ ਲਿਆ, ਆਪ ਦੇ ਹੁਕਮ ਦੇ ਨਾਲ ਹੀ ਜਿੰਦਾ ਕਰ ਦਿੱਤਾ ਮੁਰਦੇ ਨੂੰ। ਇਸੇ ਬਾਤ ਇਨ ਕਿਨ ਮਲੀਨੋ। ਇਸ ਵਾਸਤੇ ਇਸ ਨੇ ਸ਼ਰ੍ਹਾ ਦੀ ਤੋਹੀਨ ਕੀਤੀ ਹੈ, ਰੱਬੀ ਫਰਮਾਨ ਨੂੰ ਟਾਲਿਆ ਹੈਗਾ, ਮੁਰਦੇ ਨੂੰ ਰੱਬ ਦੇ ਹੁਕਮ ਨਾਲ ਜਵਾਉਣ ਦੀ ਜਗ੍ਹਾ ਤੇ ਆਪਣੇ ਹੁਕਮ ਨਾਲ ਜਿਉਂਦਾ ਕੀਤਾ ਹੈ। ਨਹੀਂ ਮਜ਼ਹਬ ਹਮਰੇ ਮੈਂ ਭਾਈ। ਕਹਿਣ ਲੱਗਾ ਸਾਡੇ ਮਜ਼ਹਬ ਦੇ ਵਿੱਚ ਮੌਲਵੀ ਮਲਾਣੇ ਕਹਿੰਦੇ ਸਾਡੇ ਮਜ਼ਹਬ ਦੇ ਵਿੱਚ ਇਹ ਗੱਲ ਨਹੀਂ ਹੈ, ਅਸੀਂ ਹਰ ਗੱਲ ਤੇ ਰੱਬ ਨੂੰ ਅੱਗੇ ਰੱਖਦੇ, ਆਪਣੇ ਆਪ ਨੂੰ ਨਹੀਂ ਕਦੀ ਜਣਾਉਂਦੇ। ਜਾਂ ਤੇ ਚਾਹੀਆਤ ਦਈ ਸਜਾਏ। ਇਸ ਵਾਸਤੇ ਸ਼ਮਸ਼ ਤਬਰੇਜ ਨੇ ਇਹ ਜੋ ਗਲਤੀ ਕੀਤੀ, ਗੁਸਤਾਖੀ ਕੀਤੀ ਹੈ, ਉਹਦੀ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਭ ਮਿਲ ਸ਼ਮਸ਼ ਲੈਨ ਗਹ ਤਬ ਹੈ। ਇਸ ਤਰ੍ਹਾਂ ਸੰਗਤ ਜੀ ਸਾਰੇ ਮੌਲਵੀਆਂ ਨੇ ਜਾਤੇ ਕੈਦਖਾਨੇ ਵਿੱਚ ਸੀ, ਕਹਿੰਦੇ ਪੈਰ ਤੇਰੇ ਪੂਜਾਂਗੇ, ਧੋ ਪੀਵਾਂਗੇ। ਜੇ ਛਡਾ ਤੇ ਕੈਦਖਾਨਿਓ ਤੇ ਸਾਰਿਆਂ ਨੇ ਮਿਲ ਕੇ ਪਕੜ ਲਿਆ, ਗੁਨਾਹ ਉਹਦੇ ਤੇ ਐਦ ਕਰ ਦਿੱਤਾ ਵੀ ਤੂੰ ਰੱਬ ਦੀ ਹੁਕਮ ਅਦੂਲੀ ਕੀਤੀ ਹੈ।
कहत जो थे दुख देह ना कबहे। ਉਹਨਾਂ ਨੇ ਵਾਅਦੇ ਕੀਤੇ ਸੀ ਵੀ ਤੈਨੂੰ ਕਦੀ ਦੁੱਖ ਨਹੀਂ ਦੇਵਾਂਗੇ, ਤੇਰੇ ਹੁਕਮ ਵਿੱਚ ਚੱਲਾਂਗੇ। तब है शमश ने गिरा अलाए। ਇਸ ਵੇਲੇ ਫੜ ਲਿਆ ਸ਼ਮਸ਼ ਤਬਰੇਜ਼ ਨੂੰ ਸਾਰੇ ਮੌਲਵੀਆਂ ਨੇ। ਤਾਂ ਫਿਰ ਸ਼ਮਸ਼ ਤਬਰੇਜ਼ ਇਹਨਾਂ ਨੂੰ ਕਹਿਣ ਲੱਗਾ, क्या सजाए तुम देह मुझ ताई। ਭਈ ਮੈਨੂੰ ਕੀ ਤੁਸੀਂ ਸਜ਼ਾ ਦੇਣੀ ਚਾਹੁੰਦੇ ਹੋ? जो है मन में सो कर ले जाए। ਜੋ ਤੁਹਾਡੇ ਮਨ ਵਿੱਚ ਹੈ ਨਾ ਮੇਰੇ ਨਾਲ ਕਰ ਲਓ, ਮੈਂ ਡਰਦਾ ਨਹੀਂ ਹਾਂ ਤੁਹਾਡੇ ਪਾਸੋਂ। हो झूठे निज हृदय लखे जाए। ਪਰ ਇੱਕ ਗੱਲ ਯਾਦ ਕਰ ਲਓ, ਆਪਣੇ ਮਨ ਵਿੱਚ ਝਾਤੀ ਮਾਰੋ, ਤੁਸੀਂ ਹੈ ਝੂਠੇ ਸਾਰੇ। ਤੁਸੀਂ ਵਾਅਦਾ ਕੀਤਾ ਸੀ ਮੇਰੇ ਨਾਲ, ਤੈਨੂੰ ਤੰਗ ਨਹੀਂ ਕਰਾਂਗੇ, ਤੇਰੇ ਪੈਰ ਪੂਜਾਂਗੇ। ਅੱਜ ਮੈਨੂੰ ਸਜ਼ਾ ਦੇਣ ਵਾਸਤੇ ਸਾਰੇ ਇਕੱਠੇ ਹੋ ਕੇ ਆ ਗਏ ਹੋ। कहत मुला ने शरम झारे। ਸਾਰੇ ਮੌਲਵੀ ਮਿਲ ਕੇ ਕਹਿਣ ਲੱਗੇ ਸ਼ਮਸ਼ ਨੂੰ ਕਿ ਇਹ ਜੋ ਸ਼ਰ੍ਹਾ ਹੈ ਉਸ ਦੇ ਵਿੱਚ खाल उतारन उचित तुम्हारे। ਕਿ ਜੋ ਤੂੰ ਗੁਸਤਾਖੀ ਕੀਤੀ ਹੈ ਉਸ ਦੇ ਅਨੁਸਾਰ ਤੇਰੀ ਖਲ ਲਾਉਣ ਦਾ ਫਰਮਾਨ ਜਿਹੜਾ ਹੈ ਉਹ ਰੱਬੀ ਫਰਮਾਨ ਹੈ। ਸ਼ਰ੍ਹਾ ਦੇ ਵਿੱਚ ਲਿਖਿਆ ਹੋਇਆ ਹੈ ਜਿਹੜਾ ਰੱਬ ਦਾ ਸ਼ਰੀਕ ਬਣੇ, ਰੱਬ ਨੂੰ ਪਿੱਛੇ ਕਰਕੇ ਆਪ ਅੱਗੇ ਹੋਵੇ, ਉਹਦੀ ਖਲ ਉਤਾਰ ਦਿੱਤੀ ਜਾਵੇ। अपन हुकम सो मुर्दा जिंदा। ਇਸ ਵਾਸਤੇ ਤੂੰ ਆਪਣੇ ਹੁਕਮ ਦੇ ਨਾਲ ਮੁਰਦੇ ਨੂੰ ਜਿਉਂਦਾ ਕੀਤਾ ਹੈ। करियो तैं तांते तोझ निंदा। ਇਸ ਵਾਸਤੇ ਅਸੀਂ ਤੇਰੀ ਨਿੰਦਿਆ ਕਰ ਰਹੇ ਹਾਂ, ਤੇਰੇ ਤੇ ਗੁਨਾਹ ਐਦ ਕਰ ਰਹੇ ਹਾਂ। ਤੂੰ ਐਂ ਨਹੀਂ ਕਿਹਾ ਵੀ ਰੱਬ ਦੇ ਰਹਿਮ ਤੇ ਇਹ ਮੁਰਦਾ ਜਿਉਂਦਾ ਹੋ ਜਾਵੇ ਜਾਂ ਹੇ ਖੁਦਾਵੰਦ ਇਸ ਨੂੰ ਜਿਉਂਦਾ ਕਰੋ। ਤੂੰ ਆਪ ਹੀ ਰੱਬ ਬਣ ਗਿਓ ਕਿਹਾ ਭਈ ਮੇਰਾ ਹੁਕਮ ਹੈ ਮੁਰਦਿਆ ਉੱਠ ਕੇ ਬਹਿ ਜਾ। ਇਸ ਵਾਸਤੇ ਭਲਾ ਨਹੀਂ ਕੀਤਾ, ਇਸ ਦੀ ਤੈਨੂੰ ਸਜ਼ਾ ਮਿਲੇਗੀ। हस कहे लेने खाल उतारे। ਇਸ ਤਰ੍ਹਾਂ ਕਹਿ ਕੇ ਮੁਲਾਣਿਆਂ ਨੇ ਪਕੜ ਲਿਆ, ਕੈਦ ਕਰ ਲਿਆ ਤੇ ਉਹ ਸ਼ਮਸ਼ ਤਬਰੇਜ਼ ਦੀ ਖਲ ਉਤਾਰ ਦਿੱਤੀ। दयो छोर बह शुरोना तारे। ਤੇ ਉਹ ਲਹੂ ਵਗਦਾ ਹੈਗਾ, ਸਾਰੀ ਖਲ ਬੰਦੇ ਦੀ ਖਲ ਕਿਹੜੀ ਹੁੰਦੀ ਹੈ, ਜਿਸ ਤਰ੍ਹਾਂ ਵੀ ਹੋਇਆ ਲਾ ਕੇ ਤੇ ਉਹਨੂੰ ਰੂਪੋਂ ਬੇਰੂਪ ਕਰੂਪ ਕਰਕੇ ਕਿੰਨਾ ਦਰਦ, ਥੋੜ੍ਹਾ ਜਿਹਾ ਚੀਰਾ ਲੱਗੇ ਦਰਦ ਹੁੰਦਾ, ਸਾਰਾ ਸਰੀਰ ਛਿੱਲ ਦਿੱਤਾ ਮੁਲਾਣਿਆਂ ਨੇ। ਤੇ ਬੈਠਾ ਵਿਚਾਰਾ ਇੱਕ ਜਗ੍ਹਾ ਤੇ ਲਹੂ ਵਗ ਰਿਹਾ ਸਰੀਰ ਵਿੱਚੋਂ। पयो को रूप भयानक पारे। ਬੜਾ ਰੂਪੋਂ ਕਰੂਪ ਹੋ ਗਿਆ। ਮਾੜਾ ਜਿਹਾ ਜ਼ਖਮ ਹੋਵੇ ਤੇ ਮਾੜੇ ਦਿਲ ਵਾਲੇ ਤਾਂ ਦੇਖ ਨਹੀਂ ਸਕਦੇ। ਜਿਹਦੀ ਸਾਰੀ ਚਮੜੀ ਉਧੇੜ ਦਿੱਤੀ ਸਰੀਰ ਦੇ ਉੱਤੋਂ, ਉਹਦਾ ਕੀ ਹਾਲ ਹੋਵੇਗਾ। ਐਂ ਭੱਦੇ ਸਰੀਰ ਦੇ ਵਿੱਚ ਬੈਠਾ ਹੋਇਆ ਹੈ। फूं पर गे सब अंग मजारे। ਪਹਿਲਾਂ ਤਾਂ ਖੂਨ ਵਗਿਆ, ਖੂਨ ਤੋਂ ਬਾਅਦ ਸਾਰੇ ਸਰੀਰ ਦੇ ਵਿੱਚ ਰੇਸ਼ਾ ਪਾਕ ਪੈ ਗਈ। पिन कह माखे चाह देश माहे। ਤੇ ਇਸ ਤਰ੍ਹਾਂ ਸਰੀਰ ਦੇ ਉੱਤੇ ਮੱਖੀਆਂ ਭਿਣਕਦੀਆਂ ਹਨ को समीप आवन दे नाहे। ਤੇ ਕੋਈ ਲਾਗੇ ਨਹੀਂ ਲੱਗਣ ਦਿੱਤਾ। ਇਹ ਜੀ ਹਾਲਤ ਹੋ ਗਈ ਸ਼ਮਸ਼ ਤਬਰੇਜ਼ ਦੀ। ताहे देश को छोर से धारा। ਤਾਂ ਫਿਰ ਦੁਖੀ ਹੋਇਆ ਸ਼ਮਸ਼ ਤਬਰੇਜ਼ ਆਪਣੇ ਦੇਸ਼ ਨੂੰ ਛੱਡ ਕੇ ਤੁਰ ਗਿਆ आवत पा मुल्तान मझारा। ਅਤੇ ਚਲਦਾ ਚਲਦਾ ਉਹ ਮੁਲਤਾਨ ਸ਼ਹਿਰ ਦੇ ਵਿੱਚ ਆ ਗਿਆ। क्षुधा बिख है आतुर हवा सो। ਭੁੱਖ ਬਹੁਤ ਲੱਗੀ ਹੋਈ ਹੈ ਸ਼ਮਸ਼ ਤਬਰੇਜ਼ ਨੂੰ। जाचे आन देत नह को। ਜੇ ਕਿਸੇ ਦੇ ਦੁਆਰੇ ਤੇ ਜਾ ਕੇ ਖਾਣ ਨੂੰ ਕੁਝ ਮੰਗਦਾ ਹੈ, ਉਹਦੇ ਸਰੀਰ ਦੀ ਹਾਲਤ ਇਹ ਜੀ ਮੱਖੀਆਂ ਭਿਣਕਦੀਆਂ, ਲਹੂ ਪਾਕ ਦਾ ਭਰਿਆ ਹੋਇਆ ਸਰੀਰ ਹੈ। ਸਭ ਦਰਵਾਜ਼ੇ ਬੰਦ ਕਰ ਲੈਂਦੇ, ਕੋਈ ਉਸ ਦੇ ਮੱਥੇ ਨਹੀਂ ਲੱਗਦਾ, ਕੋਈ ਉਹਦੀ ਆਵਾਜ਼ ਨਹੀਂ ਸੁਣਦਾ, ਕੋਈ ਖਾਣ ਪੀਣ ਨੂੰ ਨਹੀਂ ਦਿੰਦਾ ਉਸ ਨੂੰ। तब एक मीन मांगते पाए। ਤੇ ਇਸ ਤਰ੍ਹਾਂ ਵਿਚਾਰਾ ਧੱਕੇ ਧੋੜੇ ਖਾਂਦਾ ਫਿਰਦਾ ਹੈਗਾ। ਕਸਾਈ ਬਾਜ਼ਾਰ ਵਿੱਚ ਗਿਆ, ਉੱਥੇ ਜਾ ਕੇ ਕਿਸੇ ਤੋਂ ਕੁਝ ਮੰਗਿਆ ਤੇ ਉਹ ਕਸਾਈ ਨੇ ਇੱਕ ਨੇ ਮੱਛੀ ਜਿਹੜੀ ਸੀਗੀ ਉਹ ਸ਼ਮਸ਼ ਤਬਰੇਜ਼ ਨੂੰ ਦੇ ਦਿੱਤੀ ਵੀ ਆਹ ਲੈ ਲੈ, ਖਾ ਲੈ ਬਣਾ ਕੇ। नह भोजन देवें किस थाई। ਹੁਣ ਉਹ ਮੱਛੀ ਤੇ ਮਿਲ ਗਈ ਉਹਨੂੰ, ਪਰ ਭੁੰਨੇ ਕਿੱਥੇ, ਕੋਈ ਪਕਾਉਣ ਨਹੀਂ ਦਿੰਦਾ, ਲਾਗੇ ਨਹੀਂ ਲਾਉਂਦਾ ਕੋਈ ਉਸ ਨੂੰ। आए शहर बैठे हो एक थाना। ਇਸ ਤਰ੍ਹਾਂ ਧੱਕੇ ਧੋੜੇ ਖਾਂਦਾ ਹੋਇਆ ਸ਼ਮਸ਼ ਤਬਰੇਜ਼ ਮੁਲਤਾਨ ਸ਼ਹਿਰ ਦੇ ਵਿੱਚ ਇੱਕ ਜਗ੍ਹਾ ਆਣ ਕੇ ਬੈਠ ਗਿਆ। ਇਉਂ ਸੂਰਜ ਸੋ ਬਚਨ ਬਖਾਨਾ। ਅਤੇ ਦੁਖੀ ਹੋਏ ਸ਼ਮਸ਼ ਤਬਰੇਜ਼ ਨੇ ਇੱਕ ਦੇ ਜ਼ਖਮਾਂ ਦੀ ਤਾਪ ਬਹੁਤ ਚੱਲਣੀ ਔਖੀ ਹੋਈ ਪਈ ਹੈ, ਇੱਕ ਢਿੱਡ ਦੇ ਭੁੱਖ ਨੇ ਉਹਨੇ ਅੱਗ ਲਾਈ ਹੋਈ ਹੈ ਸਰੀਰ ਨੂੰ।
ਸੂਰਜ ਨੂੰ ਸੰਬੋਧਨ ਹੋ ਕੇ ਕਹਿਣ ਲੱਗਾ, ਸ਼ਮਸ਼ ਤਵਰੇਜ। ਸ਼ਮਸ਼ ਨਾਮ ਹੈ ਏਕ ਮਮ ਤੋਰਾ। ਕਹਿਣ ਲੱਗਾ, ਆਪਾਂ ਦੋਵੇਂ ਇੱਕੇ ਨਾਮ ਵਾਲੇ ਆ, ਮੈਨੂੰ ਵੀ ਲੋਕ ਸ਼ਮਸ਼ ਕਹਿੰਦੇ, ਤੈਨੂੰ ਵੀ ਸ਼ਮਸ਼ ਕਹਿੰਦੇ ਆ। ਜਾਂ ਤੇ ਕਾਜ ਕਰਹੁ ਤੁਮ ਮੋਰਾ। ਇਸ ਵਾਸਤੇ ਸੂਰਜਾ ਭਾਈ ਮੇਰਾ ਕੰਮ ਕਰ ਕੋਈ, ਮੈਂ ਬਹੁਤ ਦੁਖੀ ਆ, ਮੇਰਾ ਕੋਈ ਨਹੀਂ ਬਾਂਹ ਫੜਦਾ ਸਹਾਰਾ ਬਣਦਾ। ਨੀਚੇ ਆਣ ਭੁਰ ਜੀਏ ਮੀਨਾ। ਆ ਮੱਛੀ ਮੈਨੂੰ ਕਿਸੇ ਕਸਾਈ ਨੇ ਦਿੱਤੀ ਹੈ, ਤੇ ਤੂੰ ਥੋੜਾ ਜਿਹਾ ਥੱਲੇ ਹੋਵੇਂ ਨਾ, ਗਰਮ ਤੇਜ਼ ਅੱਗ ਕੱਢੇ ਆਪਣੇ ਵਿੱਚੋਂ, ਇਹ ਮੱਛੀ ਜਿਹੜੀ ਪੱਕ ਜਾਵੇ। ਪੁਨ ਖਾਵੋ ਮੈਂ ਛੁਧਾ ਅਧੀਨਾ। ਇਹ ਕੱਚੀ ਤਾਂ ਖਾਧੀ ਨਹੀਂ ਜਾਂਦੀ ਮੇਰੇ ਪਾਸੋਂ, ਤੇ ਜਾਂ ਤੂੰ ਲਾਗੇ ਥੋੜਾ ਜਿਹਾ ਹੋਵੇਂਗਾ ਇਹ ਪੱਕ ਜਾਊਗੀ, ਤੇ ਮੈਨੂੰ ਭੁੱਖ ਬੜੀ ਲੱਗੀ ਹੈ, ਮੈਂ ਮੱਛੀ ਖਾ ਲਵਾਂਗਾ। ਤਬ ਸਵਿਤਾ ਨੀਚੇ ਕੋ ਆਇਆ। ਇਹ ਬਚਨ ਜਿਸ ਵੇਲੇ ਕੀਤੇ ਸਾਧ ਸੰਗਤ ਜੀ ਸ਼ਮਸ਼ ਨੇ, ਤਵਰੇਜ ਨੇ, ਉਹ ਸੂਰਜ ਜਿਹੜਾ ਝੁਕ ਗਿਆ, ਨੀਵਾਂ ਹੋ ਗਿਆ। ਤਪਿਓ ਤੇਜ ਜੇ ਅਧਿਕ ਬਧਾਇਆ। ਤੇ ਬੜੀ ਤਪਸ਼ ਆਪਣੇ ਸੂਰਜ ਨੇ ਛੱਡੀ। ਤਪਤ ਲੋਕ ਅਤਿਸ਼ੈ ਅਕੁਲਾਏ। ਬੜੇ ਦੁਖੀ ਹੋਏ ਜਦ ਗਰਮੀ ਬਾਹਲੀ ਜ਼ਿਆਦੀ ਪਈ। ਮਹਿਮਾ ਲਖੇ ਪਰੇ ਤਬ ਪਾਏ। ਤੇ ਪਤਾ ਲੱਗਿਆ ਵੀ ਇਹ ਸੂਰਜ ਕਾਹਦੇ ਵਾਸਤੇ ਆਇਆ। ਇਹ ਤਾਂ ਸ਼ਮਸ਼ ਤਵਰੇਜ ਨੇ ਮੱਛੀ ਪਕਵਾਉਣੀ ਸੀ, ਸੂਰਜ ਨੂੰ ਹੁਕਮ ਕੀਤਾ ਤਾਂ ਆਇਆ ਉਹਦੀ ਮੱਛੀ ਪਕਾਉਣ ਵਾਸਤੇ। ਇਹ ਕੌਤਕ ਦੇਖ ਕੇ ਸਭ ਮੁਲਤਾਨ ਨਿਵਾਸੀ ਉਹ ਫਕੀਰ ਦੇ ਪੈਰੀਂ ਜਾ ਲੱਗੇ। ਅੱਜ ਵੀ ਸਾਧ ਸੰਗਤ ਜੀ ਜਿਹੜੇ ਪਾਕਿਸਤਾਨ ਵਿੱਚੋਂ ਲੋਕ ਆਏ ਆ, ਦੱਸਦੇ ਆ ਵੀ ਜਦ ਦੁਪਹਿਰ ਨੂੰ 12 ਵੱਜਦੇ ਆ, ਉਸ ਵੇਲੇ ਇੱਕ ਵਾਰ ਸੂਰਜ ਜਿਹੜਾ ਮੁਲਤਾਨ ਸ਼ਹਿਰ ਵਿੱਚ ਆਪਣਾ ਜਲਵਾ ਉਹੀ ਵਿਖਾਉਂਦਾ ਹੈ ਪੁਰਾਣਾ। ਬਹੁਤ ਗਰਮੀ ਹੋ ਜਾਂਦੀ, ਪੁਰਾਣੇ ਲੋਕ ਦੱਸਦੇ ਆ, ਤੇ ਆਪਾਂ ਤਾਂ ਦੇਖਿਆ ਨਹੀਂ, ਸਾਡਾ ਤੇ ਜਨਮ ਹੀ ਤੁਹਾਡਾ ਕਈ ਗੁਰਸਿੱਖਾਂ ਦਾ ਬਾਅਦ ਦਾ, ਜਿਨ੍ਹਾਂ ਨੇ ਪਾਕਿਸਤਾਨ ਨੂੰ ਪਹਿਲਾਂ ਸੋਝੀ ਰੱਖ ਕੇ ਮੁਲਤਾਨ ਸ਼ਹਿਰ ਵਿੱਚ ਗਏ ਹੋਣਗੇ, ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਗਿਆਨ ਹੋਵੇਗਾ। ਕਈ ਗੁਰਮੁਖ ਦੱਸਦੇ ਗੱਲ ਵੀ ਅਸਾਂ ਦੇਖਿਆ ਜਦੋਂ ਹੀ ਦੁਪਹਿਰਾ ਹੁੰਦਾ 12 ਵੱਜਦੇ ਇੰਨੀ ਤਪਸ਼ ਹੋ ਜਾਂਦੀ, ਉਸ ਵੇਲੇ ਪੰਛੀ ਵੀ ਉਹ ਲੁਕਦੇ ਫਿਰਦੇ ਵਿਚਾਰੇ ਛਾਂ ਦੇ ਵਿੱਚ ਜਾਂਦੇ, ਉਹ ਗਰਮੀ ਨਹੀਂ ਉਹਨਾਂ ਤੋਂ ਚੱਲੀ ਜਾਂਦੀ। ਇਹ ਕੌਤਕ ਦੇਖ ਕੇ ਮੁਲਤਾਨ ਦੇ ਲੋਕ ਜਿਹੜੇ ਸੀਗੇ ਸ਼ਮਸ਼ ਤਵਰੇਜ ਦੇ ਪੈਰੀਂ ਆਣ ਪਏ। ਸਭ ਪ੍ਰਕਾਰ ਕੇ ਸੇਵਾ ਠਾਨੇ। ਅਤੇ ਉਹ ਸ਼ਮਸ਼ ਤਵਰੇਜ ਦੀ ਸੇਵਾ ਕੀਤੀ, ਜਲ ਪਾਣੀ ਦੀ ਹੋਰ ਜੋ ਵੀ ਸੀ ਆਦਿਕ। ਸੇਵਕ ਭਏ ਕਰਮ ਮਨ ਬਾਨੇ। ਇਸ ਤਰ੍ਹਾਂ ਮਨ ਬਾਣੀ ਸਰੀਰ ਕਰਕੇ ਸ਼ਮਸ਼ ਤਵਰੇਜ ਦੇ ਸੇਵਕ ਹੋ ਗਏ ਸਾਰੇ ਮੁਲਤਾਨ ਨਿਵਾਸੀ। ਤਬ ਤੇ ਸ਼ਮਸ ਰਹਿਓ ਤੇ ਹਥਾਨਾ। ਉਸ ਸਮੇਂ ਤੋਂ ਫਿਰ ਸ਼ਮਸ਼ ਤਵਰੇਜ ਜਿਹੜਾ ਸੀਗਾ ਮੁਲਤਾਨ ਸ਼ਹਿਰ ਦੇ ਵਿੱਚ ਰਹਿਣ ਲੱਗਾ। ਸਭ ਤੇ ਅਜਮਤ ਜਾਹੇ ਮਹਾਨਾ। ਬੜਾ ਤਾਕਤ ਵਾਲਾ ਰੱਬੀ ਰੂਹ ਹੋਇਆ ਸ਼ਮਸ਼। ਇਸ ਪ੍ਰਕਾਰ ਕੋ ਹੁਤੋ ਪ੍ਰਸੰਗਾ। ਇਹ ਪ੍ਰਸੰਗ ਹੈ ਸਾਧ ਸੰਗਤ ਜੀ ਉਹ ਸ਼ਮਸ਼ ਤਵਰੇਜ ਦਾ, ਫਕੀਰ ਦਾ। ਜੋ ਭਾਖਿਓ ਬਾਲੇ ਤੁਝ ਸੰਗਾ। ਤੇ ਇਹ ਭਾਈ ਬਾਲੇ ਜੀ ਨੂੰ ਸਾਰੀ ਸਾਖੀ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸੁਣਾਈ ਹੈ, ਕਿਉਂਕਿ ਜਦ ਹਜੂਰ ਗਏ ਨੇ ਤੇ ਉਹ ਸ਼ਮਸ਼ ਤਵਰੇਜ ਦਾ ਜਿਹੜਾ ਸਥਾਨ ਸੀਗਾ ਉੱਥੇ ਹੀ ਪਹਿਲਾਂ ਪਹੁੰਚੇ ਸੱਚੇ ਪਾਤਸ਼ਾਹ ਮਹਾਰਾਜ, ਤੇ ਤਾਂ ਹੀ ਉਹਦੀ ਸਾਰੀ ਕਹਾਣੀ ਸੁਣਾਈ। ਉਹਦੇ ਨਾਲ ਮਿਲਾਪ ਨਹੀਂ ਹੋਇਆ, ਕਿਉਂਕਿ ਕਈ ਇਹੋ ਜਿਹੀਆਂ ਬਚਨ ਹੁੰਦੇ ਆ ਜਿਹੜੇ ਕਿਸੇ ਵੇਲੇ ਸੋਚ ਵਿਚਾਰ ਨਹੀਂ ਹੁੰਦੀ ਤੇ ਉਹ ਲਿਖੇ ਜਾਂਦੇ ਆ। ਜਿਸ ਤਰ੍ਹਾਂ ਕਾਰੂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਮਿਲਾਪ, ਕਾਰੂ ਬਾਦਸ਼ਾਹ ਬਹੁਤ ਪਹਿਲਾਂ ਹੋ ਚੁੱਕਾ ਹੈ, ਸੱਚੇ ਪਾਤਸ਼ਾਹ ਦਾ ਅਵਤਾਰ ਬਾਅਦ ਵਿੱਚ ਹੋਇਆ। ਇਸੇ ਤਰ੍ਹਾਂ ਸ਼ਮਸ਼ ਤਵਰੇਜ ਦਾ ਵੀ 250-300 ਸਾਲ ਪਹਿਲਾਂ ਕਹਾਣੀ ਹੋਈ ਹੈ ਮਹਾਰਾਜ ਦੇ ਅਵਤਾਰ ਤੋਂ। ਪਰ ਸਤਿਗੁਰੂ ਜੀ ਐਵੇਂ ਭਾਖਦਾ ਹੈ ਕਿ ਭਾਈ ਬਾਲੇ ਜੀ ਨੂੰ ਸਾਖੀ ਸੁਣਾ ਰਹੇ, ਭਾਈ ਬਾਲਿਆ ਆ ਜਿਹੜੇ ਮਕਬਰੇ ਦੇ ਆਪਾਂ ਆਏ ਆ ਨਾ, ਇਹ ਸ਼ਮਸ਼ ਤਵਰੇਜ ਦਾ ਮਕਬਰਾ, ਬੜਾ ਫਕੀਰ ਪੁੱਜਿਆ ਹੋਇਆ ਉਹਨੇ ਆਹ ਕਾਰਨਾਮੇ ਕੀਤੇ ਆ। ਐਂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਬਾਬੇ ਬਾਲੇ ਜੀ ਨੂੰ ਸਾਰੀ ਸਾਖੀ ਸੁਣਾਈ ਸ਼ਮਸ਼ ਤਵਰੇਜ ਦੀ। ਹੇਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਮੁਲਤਾਨ ਸ਼ਮਸ ਪ੍ਰਸੰਗ ਵਰਣਨੰ ਨਾਮ 37ਵਾਂ ਅਧਿਆਇ। ਸੋ ਸੰਗਤ ਜੀ 37ਵਾਂ ਅਧਿਆਇ ਜਿਹੜਾ ਹੈ ਇਹ ਇੱਥੇ ਸਮਾਪਤ ਹੋ ਰਿਹਾ ਹੈ, ਜਿਹਦੇ ਵਿੱਚ ਸ਼ਮਸ਼ ਤਵਰੇਜ ਦੀ ਸਾਰੀ ਕਹਾਣੀ ਆਈ ਸੀ। ਮੁਲਤਾਨ ਵਿੱਚ ਸਤਿਗੁਰੂ ਜੀ ਦਾ ਜਾਣਾ, ਉੱਥੋਂ ਦੇ ਪੀਰਾਂ ਦੇ ਨਾਲ ਵਿਚਾਰ ਵਟਾਂਦਰੇ ਕਰਨੇ ਆਦਿ, ਇਹ ਸਾਰਾ ਪ੍ਰਸੰਗ ਆਪ ਸੰਗਤਾਂ ਨੇ ਪਿਆਰ ਸਤਿਕਾਰ ਸਹਿਤ ਸਰਵਣ ਕੀਤਾ ਹੈ। ਨਾਲ ਇੱਥੇ ਅਧਿਆਇ ਦੀ ਸਮਾਪਤੀ ਹੋ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ
ਕਿਰਪਾ ਕਰਨ, ਬਖਸ਼ਿਸ਼ ਕਰਨ, ਇਸ ਤੇ ਅੱਗੇ ਕੀ ਕਿਰਪਾ ਕਰਦੇ, ਕਿਉਂਕਿ ਗੁਰੂ ਦੀ ਕਿਰਪਾ ਹੀ ਵਰਸਦੀ ਹੈ। ਸਾਧ ਸੰਗਤ ਜੀ, ਮਨ ਵਿੱਚ ਸ਼ਰਧਾ ਹੋਵੇ, ਭਾਵਨਾ ਹੋਵੇ, ਕਿਉਂਕਿ ਆਪਾਂ ਦੁੱਧ ਬਰਤਨ ਵਿੱਚ ਪਾਉਨੇ ਆ ਤੇ ਉਹਨੂੰ ਕਿੰਨੀ ਵਾਰੀ ਸਾਫ਼ ਕਰਦੇ ਆ ਵੀ ਦੁੱਧ ਖਰਾਬ ਨਾ ਹੋ ਜਾਵੇ। ਗੁਰੂ ਕਾ ਉਪਦੇਸ਼ ਅੰਮ੍ਰਿਤ ਹੈ। ਹਿਰਦਾ ਜਿੰਨਾ ਚਿਰ ਸਾਫ਼ ਨਾ ਹੋਵੇਗਾ, ਜਿਵੇਂ ਗੰਦੇ ਬਰਤਨ ਦੇ ਵਿੱਚ ਦੁੱਧ ਨਹੀਂ ਟਿਕਦਾ, ਇਸੇ ਤਰ੍ਹਾਂ ਗੰਦੇ ਹਿਰਦੇ ਦੇ ਵਿੱਚ ਗੁਰੂ ਕਾ ਉਪਦੇਸ਼ ਅੰਮ੍ਰਿਤ ਨਹੀਂ ਟਿਕਦਾ। ਗੁਰੂ ਜੀ ਕਿਰਪਾ ਕਰਨ, ਸਾਡੇ ਹਿਰਦੇ ਸੁੱਧ ਹੋਣ, ਕਿਉਂਕਿ ਗੁਰਾਂ ਦਾ ਬਚਨ ਕਲਗੀਧਰ ਪਿਤਾ ਜੀ ਦਾ ਐਸੇ ਸਥਾਨ ਤੇ ਸਤਿਗੁਰਾਂ ਨੇ ਕਿਹਾ ਸੀ, ਜਾਂ ਕਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਮੈਲੇ। ਜਿਨ੍ਹਾਂ ਦਾ ਹਿਰਦਾ ਸ਼ੁੱਧ ਹੈ ਉਹ ਗੁਰ ਸ਼ਬਦ ਵਿੱਚੋਂ ਹੀ ਰੱਬ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ। ਇਸ ਵਾਸਤੇ ਲੋੜ ਹੈ ਆਪਣੇ ਮਨਾਂ ਨੂੰ ਸੋਝੀ ਦੇ ਵਿੱਚ ਲਿਆਉਣ ਦੀ, ਮਨ ਦੀ ਸੁਧਾਈ ਕਰਨ ਦੀ। ਜਦ ਮਨ ਸੁੱਧ ਹੋਵੇਗਾ, ਗੁਰੂ ਕਾ ਉਪਦੇਸ਼ ਹਿਰਦੇ ਵਿੱਚ ਟਿਕੇਗਾ। ਗੁਰੂ ਨੇ ਕਿਰਪਾ ਕਰਨੀ ਹੈ। ਅਰਦਾਸ ਕਰੀਏ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ। ਸਾਡੇ ਮਨਾਂ ਨੂੰ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ, ਈਰਸ਼ਾ ਦੀ ਮੈਲ ਲੱਗੀ ਹੋਈ ਹੈ, ਦੁਬਿਧਾ ਦੀ ਮੈਲ ਲੱਗੀ ਹੋਈ ਹੈ, ਕਲੇਸ਼ਾਂ ਨੇ ਘਰ ਕੀਤਾ ਹੋਇਆ ਹੈ। ਇਤਿਆਦਿਕ ਸੱਚੇ ਪਾਤਸ਼ਾਹ ਮਿਹਰ ਕਰਕੇ ਸਾਡੇ ਹਿਰਦੇ ਸੁੱਧ ਹੋਵਣ, ਤਾਂ ਕਿ ਸਾਡਾ ਇਹ ਮਨੁੱਖਾ ਜੀਵਨ ਸਫਲਾ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਤੋਂ ਸਮੱਧ ਬਖਸ਼ਣੀ। ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ